खुली कविता कितनी खुली होनी चाहिए? जो राइम नहीं जोड़ सकता ਤੇ ਉਹ ਲਿਖਣਾ ਚਾਹੁੰਦਾ ਹੈ। ਲੋਕਾਂ ਨੂੰ ਵਾਰਤਕ ਤੇ ਖੁੱਲੀ ਕਵਿਤਾ 'ਚ ਕੋਈ ਫਰਕ ਨਹੀਂ। ਸਾਹਿਤ ਕੋਈ ਮਨੋਰੰਜਨ ਦਾ ਸਾਧਨ ਨਹੀਂ ਹੈ। ਇਹ ਨਾ ਖੋਪੜਾਂ ਨੂੰ ਤੇ ਮਗਜ਼ਾਂ ਨੂੰ ਚਾਨਣ ਦੇਣ ਲਈ ਝੁੱਕ ਹੈ। ਦੂਸਰੇ ਖੇਤਰਾਂ 'ਚ ਤਾਂ बढ़ावा दिता जाता पुराने वालों, साडे खेतर च बर्दाश्त नहीं करते। सानू सोशल मीडिया ने एक प्लेटफॉर्म दिता, जे असी पुराणियां दे सिर ते बैठे रहंदे साडियां किताबां ना हुंदियां। आनंद मंगल फिकरां दा तू ला दे संगल, ऐ शायर अखरां दी तू कर खेती, अखरां दी तू कर खेती, शब्दां दा उगा दे जंगल। सो जी अज आनंद मंगल होया पिया, क्योंकि जस दे विहड़े ਸਾਹਿਤਕ तंदां प्रोग्राम दे विच अज एक नहीं बल्कि दो ਸਾਹਿਤਕਾਰ आए हुए ने, वो भी इक्को पिंड दे, मानसा दे नेड़े पिंड पैंदा माखा। माखे पिंड दे दो ਸਾਹਿਤਕਾਰ साडे दरम्यान पहुंचे ने। एक उन्हां चों लिखदा नावल, पलेठियां किताबां उन्हां दीयां आईयां ने हले। एक दी कविता दी किताब आई आ सीखां दी डब्बी, ते एक दी आई आ ब्लड लाइन नावल। मनजिंदर माखा ਤੇ ਗੁਰਮੀਤ ਸਿੰਘ ਆਲੂਵਾਲੀਆ ਸਾਡੇ ਦਰਮਿਆਨ ਨੇ। ਸਵਾਗਤ ਹੈ ਵੀਰੇ ਤੁਹਾਡਾ ਪ੍ਰੋਗਰਾਮ ਸਾਹਿਤਕ ਤੰਦਾਂ ਵਿੱਚ। ਸੋ ਇਹ ਦੋ ਸਾਹਿਤਕਾਰ ਨੇ ਜੀ ਸਾਡੇ ਦਰਮਿਆਨ ਜਿਹੜੇ ਪਹੁੰਚੇ ਹੋਏ ਨੇ ਅੱਜ ਜਸ ਦੇ ਵਿਹੜੇ। ਸੋ ਮਨਜਿੰਦਰ ਮਾਖਾ ਜੀ ਨੇ ਸਾਡੇ ਦਰਮਿਆਨ ਜਿਹੜੇ ਬੈਠੇ ਨੇ, ਤੇ ਗੁਰਮੀਤ ਸਿੰਘ ਆਲੂਵਾਲੀਆ, ਗੁਰਮੀਤ ਆਲੂਵਾਲੀਆ। ਸੋ ਇਹਨਾਂ ਦੀਆਂ ਦੋ ਕਿਤਾਬਾਂ, ਇਹਨਾਂ ਦੀ ਸਿੱਖਾਂ ਦੀ ਡੱਬੀ, ਤੁਹਾਡੀ ਇਹਨਾਂ ਦੀ ਬਲੱਡ ਲਾਈਨ ਆ ਚੁੱਕੀਆਂ ਨੇ। ਸੋ ਬਹੁਤ ਵਧੀਆ ਰਿਸਪੌਂਸ ਰਿਹਾ। ਮੈਂ ਕਹਿਣਾ ਵੀ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਨਾਵਲ ਲਿਖਣਾ ਨਾ, ਤੁਸੀਂ ਵਧਾਈ ਦੇ ਪਾਤਰ ਹੋ ਜਿਹੜਾ ਨਾਵਲ ਲਿਖਿਆ ਹੈ ਨਾ। ਨੌਜਵਾਨ ਸ਼ਾਇਰ ਨੇ, ਨੌਜਵਾਨ ਰਾਈਟਰ ਨੇ, ਲਿਖਣ ਦੀਆਂ ਅਲੱਗ-ਅਲੱਗ ਵਿਧਾਵਾਂ ਹੁੰਦੀਆਂ ਨੇ। ਅੱਛਾ ਮਾਖਾ ਜੀ, ਮੈਂ ਤੁਹਾਡੀ ਇੰਟਰੋਡਕਸ਼ਨ ਤਾਂ ਕਰਾਤੀ ਵੀ ਜਿਨ੍ਹਾਂ ਦੀ ਇਹ ਕਿਤਾਬ ਆਈ ਆ ਬਲੱਡ ਲਾਈਨ, ਜਾਂ ਜਿਨ੍ਹਾਂ ਦੀ ਕਿਤਾਬ ਆਈ ਆ ਸਿੱਖਾਂ ਦੀ ਡੱਬੀ, ਗੁਰਮੀਤ ਆਲੂਵਾਲੀਆ, ਮਨਜਿੰਦਰ ਮਾਖਾ, ਇਹ ਤਾਂ ਮੇਰੀ ਇੰਟਰੋਡਕਸ਼ਨ ਆ। ਹੁਣ ਮੈਂ ਵਾਰੀ-ਵਾਰੀ ਨਾਲ ਤੁਹਾਡੇ ਤੋਂ ਸਵਾਲ ਪੁੱਛੂੰਗਾ। ਮਨਜਿੰਦਰ ਮਾਖਾ ਕੌਣ ਆ, ਤੁਸੀਂ ਦੱਸੋ ਆਪਣੀ ਜ਼ੁਬਾਨੀ। ਮਨਜਿੰਦਰ ਮਾਖਾ ਪਿਛਲੇ ਸਮੇਂ ਦੇ ਵਿੱਚ ਮੈਂ ਕਹਾਂ ਤਾਂ ਦੋ ਕਿਤਾਬਾਂ ਤੋਂ ਸ਼ੁਰੂਆਤ ਕੀਤੀ ਸੀ। ਪੂਰਨਮਾਸ਼ੀ ਬਾਪੂ ਜਸਵੰਤ ਕੰਬਲ, ਤੇ ਦੂਸਰੀ ਸੀ ਆਪਣੀ ਦਲੀਪ ਕੌਰ ਟਿਵਾਣਾ, ਇਹੋ ਹਮਾਰਾ ਜੀਵਨਾ, ਜਿਨ੍ਹਾਂ ਨੇ ਇੱਕ ਸਟੂਡੈਂਟ ਨੂੰ ਸਾਹਿਤ ਦੀ ਚਿੰਗ ਲਾਈ, ਜਿਸ ਤੋਂ ਅੱਖਰਾਂ ਦੇ ਨਾਲ ਮੋਹ ਪਿਆ। ਅੱਖਰਾਂ ਦਾ ਮੋਹ ਵੱਧਦਾ ਜੀ ਕਲਮ ਤੇ ਆ ਗਿਆ। ਕਲਮ ਹੌਲੀ ਹੌਲੀ ਕਾਗਜ਼ ਤੇ ਆ ਗਈ, ਤੇ ਹੌਲੀ ਹੌਲੀ ਕਾਗਜ਼ ਦੇ ਉੱਪਰ ਆਪਣੇ ਆਪ ਉਹ ਵਹਿਣ ਲੱਗ ਪਈ, ਤੇ ਆਪ ਮੁਹਾਰੇ ਇੱਕ ਕਿਤਾਬ, ਇੱਕ ਨਾਵਲ ਉਪਜਿਆ, ਬਲੱਡ ਲਾਈਨ। ਮੈਂ ਦੇਖ ਰਿਹਾ ਇਹਦਾ ਸ਼ਾਇਦ 5ਵਾਂ ਐਡੀਸ਼ਨ ਆ ਚੁੱਕਿਆ ਹੈ ਨਾ? ਹਾਂਜੀ, 5ਵਾਂ ਐਡੀਸ਼ਨ ਆ ਚੁੱਕਿਆ ਜੀ। ਤੇ ਇਹ ਕਹਿ ਲਓ ਵੀ ਪਿਛਲੇ ਸਮੇਂ ਦੇ ਵਿੱਚ ਜਿਹੜੇ ਨਵੇਂ ਰਾਈਟਰ ਨੇ, ਉਹਨਾਂ ਕਹਿ ਲਓ ਵੀ ਤੁਸੀਂ ਵਧਾਈ ਦੇ ਪਾਤਰ ਹੋ ਜਿਨ੍ਹਾਂ ਦਾ ਕਹਿ ਲਓ ਵੀ ਇੰਨੀ ਛੇਤੀ 2019 ਚ ਆਈ ਸੀ ਨਾ ਕਿਤਾਬ? ਹਾਂਜੀ, 2019 ਬਹੁਤ ਪੜ੍ਹਿਆ ਗਿਆ। ਅੱਛਾ ਬਲੱਡ ਲਾਈਨ, ਮੈਂ ਤੁਹਾਡੇ ਕੋਲੇ ਵੀ ਆਉਂਗਾ। ਹਾਂਜੀ, ਚਲੋ ਪਹਿਲਾਂ ਤੁਹਾਡੇ ਕੋਲ ਹੀ ਆਉਣਾ। ਹਾਂਜੀ, ਜਿਵੇਂ ਇਹੀ ਸਵਾਲ ਜਿਹੜਾ ਮੈਂ ਪੁੱਛਿਆ ਸੀ ਇਹਨਾਂ ਤੋਂ, ਵੀ ਮੈਂ ਤਾਂ ਦੱਸਤਾ ਵੀ ਮੈਂ ਤੁਹਾਨੂੰ ਜਾਣਦਾ ਵੀ ਗੁਰਮੀਤ ਆਲੂਵਾਲੀਆ, ਸਿੱਖਾਂ ਦੀ ਡੱਬੀ, ਹਾਂਜੀ, ਮਾਖਾ ਪਿੰਡ ਆ, ਇੰਨਾ ਕੁ ਦੱਸਤਾ। ਹੁਣ ਤੁਹਾਡੇ ਤੋਂ ਪੁੱਛਦਾ ਮੈਂ ਵੀ ਗੁਰਮੀਤ ਆਲੂਵਾਲੀਆ ਕੌਣ ਆ? ਪਹਿਲਾਂ ਗੁਰਮੀਤ ਆਲੂਵਾਲੀਆ ਗੁਰਮੀਤ ਸਿੰਘ ਆਮ ਸੀਗਾ, ਫਿਰ ਮੈਨੂੰ ਜਿਵੇਂ ਗੁਰਮੀਤ ਆਲੂਵਾਲੀਆ ਸਾਹਿਤਕ ਨਾਮ ਰੱਖਣ ਦੀ ਇੱਕ ਲੋੜ ਮਹਿਸੂਸ ਹੋਈ ਜੀ। ਲਿਖਣ ਵਾਸਤੇ, ਲਿਖਣ ਦੇ ਸਫ਼ਰ ਤੋਂ ਦੇਖੀਏ ਤਾਂ ਪਿਤਾ ਪੁਰਖੀ ਗੱਲਾਂ ਨੇ। ਮੇਰੇ ਦਾਦੀ ਜੀ ਕਿਤਾਬਾਂ ਦੇ ਬਹੁਤ ਸ਼ੌਕੀਨ ਸੀ ਜੀ। ਉਸ ਤੋਂ ਬਾਅਦ ਫਾਦਰ ਸਾਹਿਬ, ਚਾਚਾ ਜੀ, ਭੂਆ ਜੀ, ਸਾਰੇ ਪੜ੍ਹਨ ਦੇ ਬਹੁਤ ਸ਼ੌਕੀਨ, ਸਾਰੇ ਪਰਿਵਾਰ 'ਚ। ਹਾਂਜੀ ਹਾਂਜੀ ਹਾਂਜੀ। ਤੇ ਇੱਕ ਵਾਰੀ ਕੀ ਵਾਕਿਆ ਹੋਇਆ ਵੀ 10ਵੀਂ 'ਚ ਕੋਈ ਮੁੰਡਾ ਮੇਰੇ ਨਾਲ ਲਿਖਦਾ ਸੀ, ਉਹਨੇ ਆਪਦੀ ਨਾ ਇੱਕ ਪਿੰਗਲ ਜਾਂ ਪੋਇਮ ਕਹਿ ਦਈਏ ਉਹਨੇ ਸੁਣਾਈ, ਤੇ ਬਹੁਤ ਵਾਹ-ਵਾਹੀ ਮਿਲੀ ਉਹਨੂੰ ਸਕੂਲ ਦੇ ਵਿੱਚ। ਤਾਂ ਮੈਨੂੰ ਮਹਿਸੂਸ ਹੋਇਆ ਵੀ ਇਹੋ ਜਿਹਾ ਤਾਂ ਮੈਂ ਵੀ ਲਿਖ ਸਕਦਾ। ਉਸ ਤੋਂ ਬਾਅਦ ਪੜ੍ਹਿਆ ਬਹੁਤ ਜ਼ਿਆਦਾ, ਉਸ ਤੋਂ ਬਾਅਦ ਬਹੁਤ ਪੜ੍ਹਿਆ, ਫਿਰ ਲਿਖਣ ਵੱਲ ਆਏ, ਥੋੜ੍ਹੀ ਮੋਟੀ ਤੇ ਤੁਕਬੰਦੀ ਕਰਨ ਲੱਗੇ, ਤੇ ਯਾਰਾਂ ਦੋਸਤਾਂ ਦੇ ਜਾਂ ਘਰਦਿਆਂ ਦੀ ਸਪੋਰਟ ਦੇ ਨਾਲ ਅੱਗੇ ਕਿਤਾਬ ਵੱਲ ਲੈ ਕੇ ਆਏ। ਸਿੱਖਾਂ ਦੀ ਡੱਬੀ ਫਿਰ ਹੋਂਦ ਚਾਈ, ਕਹਿ ਲਓ ਵੀ ਉਹਦਾ ਇੱਕ ਰੂਪ ਬਣਿਆ ਕਿਤਾਬ ਦਾ, ਹੈ ਨਾ। ਪੜ੍ਹਨ ਦੀ ਗੱਲ ਕਰੀ ਆ, ਤੇ ਮੈਂ ਦੱਸ ਦਿਆਂ ਕਿ ਬਹੁਤ ਨਿੱਕੀ ਉਮਰ ਆ, ਛੋਟੀ ਉਮਰ ਆ ਇਹਨਾਂ ਦੀ, ਤੇ ਛੋਟੀ ਉਮਰ ਦੇ ਵਿੱਚ ਖੈਰ ਹਲੇ ਤਾਜ਼ਾ ਕਹਿ ਲਓ ਵੀ ਮਾਸਟਰ ਵੀ ਲੱਗੇ ਨੇ ਸਰਕਾਰੀ, ਹੈ ਨਾ। ਤੇ ਪੜ੍ਹਨ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਇਹਨਾਂ ਨੂੰ।
ਬਹੁਤ ਕਿਤਾਬਾਂ ਪੜ੍ਹਦੇ ਨੇ। ਇੱਕ ਵਾਰੀ ਤੁਸੀਂ ਦੱਸ ਰਹੇ ਸੀ ਕੀ ਹੋਇਆ ਸੀ, ਤੁਸੀਂ ਬਠਿੰਡੇ ਤੁਸੀਂ ਗਏ ਸੀ ਕਿ ਨਾਲ ਕਿੱਥੇ ਗਏ ਸੀ? ਬ੍ਰਦਰ ਗਿਆ ਸੀ ਛੋਟਾ। ਮੇਰਾ ਜਸਵਿੰਦਰ ਕੀ- ਛੋਟਾ ਭਰਾ ਜੀ। ਕੀ ਗੱਲ ਕੀ ਹੋਈ ਉਹ ਸੀ? ਮਸਲਾ ਇਹ ਸੀ ਕਿ ਇੱਕ ਪਿੱਛੇ ਬੱਸ ਸਟੈਂਡ ਦੇ ਸ਼ਾਪ ਨਾ ਇੱਕ ਬਹੁਤ ਮਸ਼ਹੂਰ ਆ ਪੁਰਾਣੀ, ਕਿੱਥੇ? ਬੱਸ ਸਟੈਂਡ ਦੇ ਬਠਿੰਡਾ ਬੱਸ ਸਟੈਂਡ। ਹਾਂਜੀ ਹਾਂਜੀ ਹਾਂਜੀ। ਉੱਥੇ ਮੈਂ ਆਇਲਸ ਕਰਦਾ ਹੁੰਦਾ ਸੀ ਜੀ। ਤੇ ਲੱਗੇ ਤੇ ਉੱਥੇ ਸਮਾਂ ਵਿਹਲਾ ਹੁੰਦਾ ਸੀ। ਮੈਂ ਕਿਹਾ ਚੱਲ ਕਿਤਾਬਾਂ ਦੇਖਦੇ ਆ। ਮੇਰੇ ਡੈਡੀ ਉੱਥੋਂ ਕਿਤਾਬਾਂ ਲੈਂਦੇ ਹੁੰਦੇ ਸੀ ਪਹਿਲਾਂ ਬਹੁਤ, ਜਦੋਂ ਮੈਂ ਛੋਟਾ ਹੁੰਦਾ ਤਾਂ ਨਾਲ ਜਾਂਦੇ ਹੁੰਦੇ। ਉਹ ਕੀ ਹੋਇਆ ਵੀ ਉਹਨਾਂ ਨੇ ਨਾ ਨਾਨਕ ਸਿੰਘ ਦੇ ਤੇ ਜਸਵੰਤ ਕੰਵਲ ਦੇ ਨਾਵਲ ਕੱਢ ਕੇ ਰੱਖਤੇ 6-7 ਮੂਹਰੇ ਜੀ। ਮੈਂ ਕਿਹਾ ਜੀ ਸਾਰੇ ਪੜ੍ਹੇ ਆ। ਫਿਰ ਉਹਨਾਂ ਨੇ ਰਸੂਲ ਹਮਜ਼ਾ ਤੋਲ ਦੀਆਂ ਕਹਾਣੀਆਂ ਮੇਰਾ ਦਾਗਿਸਤਾਨ ਹਾਂਜੀ 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 ਤੇ ਹੋਰ ਰੱਖੀਆਂ। ਉਦੋਂ ਬਾਅਦ ਮੈਂ ਕਿਹਾ ਇਹ ਵੀ ਪੜ੍ਹੀਆਂ। ਫਿਰ ਉਹ ਕਹਿੰਦਾ ਹੁਣ ਤੈਨੂੰ ਰਸ਼ੀਅਨ ਸਾਹਿਤ ਵੱਲ ਮੁੜਨ ਦੀ ਲੋੜ ਆ ਕਾਕਾ, ਤੂੰ ਪੰਜਾਬੀ ਲਗਭਗ ਪੜ੍ਹ ਰੱਖਿਆ। ਲਗਭਗ ਚਲੋ ਇਹ ਛੋਟਾ ਮੂੰਹ ਵੱਡੀ ਗੱਲ ਹੋ ਜਾਂਦੀ ਆ, ਪੰਜਾਬੀ ਸਾਹਿਤ ਨਹੀਂ ਮੁੱਕ ਸਕਦਾ। ਨਹੀਂ, ਹਾਂ। ਪਰ ਕੀ ਗੱਲ ਸੀ, ਜਾਂ ਤਾਂ ਇਹ ਹੋ ਸਕਦਾ ਵੀ ਉਹਨਾਂ ਕੋਲ ਉਹਦੇ EMPLOYE ਸੀ ਜਿਹੜਾ ਉਹਨੂੰ ਸ਼ਾਇਦ ਉਨੀਆਂ ਕੁ ਮਸ਼ਹੂਰ ਕਿਤਾਬਾਂ ਦਾ ਪਤਾ ਸੀ, ਉਹ ਲਗਭਗ ਪੜ੍ਹੀਆਂ ਸੀ। ਨਾਮੀ ਲਗਭਗ ਸਾਰੀ ਪੜ੍ਹ ਲੈਂਦੇ ਆ ਜਿਹੜੇ ਸਾਹਿਤ ਦੇ ਖੇਤਰ 'ਚ ਨੇ। ਜਿਹੜਾ ਕੋਈ ਦੱਸਦਾ ਤੁਹਾਨੂੰ ਹੈ ਨਾ ਵੀ ਆਹ ਕਿਤਾਬ ਪੜ੍ਹ ਹਾਂਜੀ ਲਓ। ਹਾਂਜੀ। ਜਿਵੇਂ ਮੈਂ ਰਾਈਟਰ ਵਾਈਜ਼ ਪੜ੍ਹਨਾ ਸ਼ੁਰੂ ਕਰਿਆ ਸੀਗਾ, ਮੈਨੂੰ ਪਹਿਲਾਂ ਮੈਂ ਅਲੱਗ-ਅਲੱਗ ਪੜ੍ਹਦੇ ਸੀਗੇ, ਪਰ ਫਿਰ ਮੈਨੂੰ ਕਿਸੇ ਨੇ ਸਲਾਹ ਦਿੱਤੀ ਵੀ ਐਂ ਕਿਤਾਬਾਂ ਨਹੀਂ ਪੂਰੀਆਂ ਹੋਣੀਆਂ। ਹਾਂਜੀ। ਮੈਨੂੰ ਨਾਵਲ ਪੜ੍ਹਨ ਦਾ ਜ਼ਿਆਦਾ, ਕਿਉਂਕਿ ਪੋਇਟਰੀ ਸਬਕੌਂਸ਼ੀਅਸ ਮਾਈਂਡ 'ਚ ਰਹਿ ਕੇ ਨਾ ਮੈਨੂੰ ਇੰਝ ਲੱਗਦਾ ਵੀ ਕਾਪੀ ਹੋ ਜਾਂਦੀ ਆ ਜੀ। ਤਾਂ ਫਿਰ ਮੈਂ ਸੋਚਿਆ ਵੀ ਨਾਵਲ ਵੱਲ ਵੱਧ ਜੋਰ ਅੱਛਾ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ। ਹਾਂਜੀ ਹਾਂਜੀ। ਗੁਰਮੀਤ ਨੂੰ ਨਾਵਲ ਪੜ੍ਹਨ ਦਾ ਸ਼ੌਂਕ ਆ, ਲਿਖਦਾ ਪੋਇਟਰੀ ਆ ਜ਼ਿਆਦੇ। ਤੇ ਮਨਜਿੰਦਰ ਮਾਖੇ ਬਾਈ ਨੂੰ ਕਹਿ ਲਓ ਕਵਿਤਾਵਾਂ ਪੜ੍ਹਨ ਦਾ ਸ਼ੌਂਕ ਆ, ਪੋਇਟਰੀ ਪੜ੍ਹਨ ਦਾ ਸ਼ੌਂਕ ਆ ਜ਼ਿਆਦਾ, ਤੇ ਲਿਖਦੇ ਉਹ ਨਾਵਲ ਨੇ। ਕੀ ਗੱਲ ਆ ਮਾਖਾ ਜੀ, ਤੁਸੀਂ ਇਹ ਬਾਰੇ ਮਾੜਾ ਚਾਨਣਾ ਪਾਓ। ਐਕਚੁਅਲੀ ਮੈਨੂੰ ਵੀ ਇਹੀ ਗੱਲ ਲੱਗਦੀ ਹੈ, ਜੇ ਮੈਂ ਨਾਵਲ ਲਿਖੀ ਜਾਂਦਾ, ਹੁਣ ਮੈਂ 2 ਨਾਵਲਾਂ ਦੇ ਉੱਤੇ ਕੰਮ ਕਰੀ ਜਾਂਦਾ, ਮੈਨੂੰ ਲੱਗਦਾ ਜੇ ਮੈਂ ਉਹ ਚੀਜ਼ ਦੇ ਨਾਲ ਜਾਂ ਉਹ ਵਿਸ਼ੇ ਦੇ ਨਾਲ ਰਿਲੇਟਡ ਨਾਵਲ ਪੜ੍ਹ ਲਏ ਤਾਂ ਮੈਨੂੰ ਲੱਗਦਾ ਕਿਤੇ ਨਾ ਮੈਂ ਕੋਈ ਨਾ ਕੋਈ ਆਈਡੀਆ ਉਹਦੇ ਵਿੱਚੋਂ ਚੋਰੀ ਨਾ ਕਰ ਲਾਂ। ਮੈਂ ਚਾਹੁੰਦਾ ਵੀ ਜਿੰਨਾ ਕੁ ਮੇਰੀ ਆਪ ਦੀ ਕ੍ਰੀਏਸ਼ਨ ਹੋਊਗੀ ਉਹ ਮੇਰਾ ਆਪ ਦਾ ਹੋਵੇ, ਵੀ ਕੱਲ੍ਹ ਨੂੰ ਕੋਈ ਇਹ ਨਾ ਕਹਦੇ ਕਿ ਇਹਨੇ ਆਹ ਪਾਠ ਜਾਂ ਆਹ ਘਟਨਾਕ੍ਰਮ ਆ ਜਿਹੜਾ ਇਹ ਕਿਸੇ ਨਾਵਲ ਦੇ ਵਿੱਚ ਇਹ ਪਹਿਲਾਂ ਵੀ ਅਸੀਂ ਪੜ੍ਹਿਆ ਸੀਗਾ, ਇਹਦਾ ਜ਼ਿਕਰ ਪਹਿਲਾਂ ਵੀ ਹੋਇਆ, ਇਹੋ ਜਿਹੇ ਪਾਤਰ ਕਿਸੇ ਨੇ ਪਹਿਲਾਂ ਵੀ ਸਿਰਜੇ ਨੇ। ਤਾਂ ਕਰਕੇ ਮੈਂ ਨਾਵਲ ਘੱਟ ਪੜ੍ਹਦਾ ਮੈਂ ਨਾਵਲ ਉਹ ਵਿਸ਼ੇ ਤੋਂ ਹਟ ਕੇ ਪੜ੍ਹਦਾ, ਵੀ ਜਿਹੜਾ ਵਿਸ਼ਾ ਮੈਂ ਲਿਖ ਰਿਹਾ ਉਹਦੇ ਤੋਂ ਹਟ ਕੇ ਪੜ੍ਹਦਾ। ਅੱਛਾ, ਮੈਂ ਨਾ ਤੁਹਾਨੂੰ ਸਵਾਲ ਕਰਨਾ ਸੀ, ਪਰ ਤੁਸੀਂ ਮੇਰੇ ਅਗਲੇ ਸਵਾਲ ਦਾ ਜਵਾਬ ਵੀ ਪਹਿਲਾਂ ਦੇਤਾ ਵੀ ਤੁਹਾਨੂੰ ਸਾਹਿਤਕ ਚੇਟਕ ਕਿਵੇਂ ਲੱਗੀ ਸਾਹਿਤ ਵੱਲ ਜੋੜਨ ਦੀ। ਤੁਸੀਂ ਪਹਿਲਾਂ ਦੱਸਤਾ ਵੀ ਤੁਸੀਂ ਪੂਰਨਮਾਸ਼ੀ ਨਾਵਲ ਪੜ੍ਹਿਆ, ਤੁਸੀਂ ਦਲੀਪ ਕੌਰ ਟਿਵਾਣਾ ਜੀ ਦਾ ਪੜ੍ਹਿਆ ਇਹੋ ਕੁਮਾਰਾ ਜੀਵਨਾ, ਤੁਸੀਂ ਦੱਸਤਾ ਵੀ ਸਾਡੇ ਮਤਲਬ ਪਿਤਾ ਪੁਰਖੀ ਕਹ ਲਓ ਪੁਰਾਣੇ ਕਹ ਲਓ ਵੀ ਇੱਕ ਤਰ੍ਹਾਂ ਰੀਤ ਹੀ ਆ, ਭੂਆ ਜੀ ਪੜ੍ਹਦੇ ਸੀ, ਦਾਦੀ ਜੀ ਪੜ੍ਹਦੇ ਸੀ, ਫਾਦਰ ਸਾਹਿਬ ਵੀ ਪੜ੍ਹਦੇ ਸੀਗੇ, ਹੈ ਨਾ। ਸੋ ਉਹਦਾ ਜਵਾਬ ਤੁਸੀਂ ਪਹਿਲਾਂ ਹੀ ਦੇਤਾ। ਜੇ ਮੈਂ ਅਗਲਾ ਸਵਾਲ ਕਰਾਂ ਵੀ ਤੁਹਾਡਾ ਵੈਸੇ ਤੁਹਾਡਾ ਜਿਵੇਂ ਤੁਹਾਡੀਆਂ ਕਿਤਾਬਾਂ ਨੇ, ਤੁਸੀਂ ਕਿਸੇ ਦੇ ਫੇਵਰਟ ਹੋਵੋਗੇ, ਤੁਹਾਨੂੰ ਤੁਹਾਡੀ ਕਿਤਾਬ ਪੜ੍ਹਨਾ ਕਿਸੇ ਨੂੰ ਵਧੀਆ ਲੱਗਦਾ, ਪਰ ਤੁਹਾਨੂੰ ਕਿਹਨੂੰ ਪੜ੍ਹਨਾ ਵਧੀਆ ਲੱਗਦਾ? ਮਾਖੇ ਤੁਹਾਨੂੰ ਵੀਰੇ ਕਿਹਨੂੰ ਪੜ੍ਹਨਾ ਵਧੀਆ ਲੱਗਦਾ ਜਾਂ ਤੁਹਾਨੂੰ ਕਿਹਨੂੰ ਵਧੀਆ ਲੱਗਦਾ? ਬਾਈ ਦੱਸਣਗੇ ਪਹਿਲਾਂ। ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਮੈਂ ਪੋਇਟਰੀ ਜ਼ਿਆਦਾ ਪੜ੍ਹਦਾ। ਅੱਜ ਕੱਲ੍ਹ ਤਾਂ ਮੈਂ ਪਾਕਿਸਤਾਨੀ ਜਿਹੜੇ ਸ਼ਾਇਰ ਨੇ ਹਾਂਜੀ ਉਹਨਾਂ ਦੀਆਂ ਪੜ੍ਹ ਰਿਹਾ ਗਾ, ਗਜ਼ਲਾਂ, ਨਜ਼ਮਾਂ ਜੀ। ਤੇ ਮੈਂ ਮਤਲਬ ਕਿ ਮੇਰੇ ਕੋਲੇ ਹਮੇਸ਼ਾ ਮਤਲਬ ਸ਼ਿਵ ਦੀ ਕਿਤਾਬ ਜਿੱਥੇ ਹੁੰਨਾ ਨਾ ਉੱਥੇ ਪਈ ਹੁੰਦੀ ਹੈ। ਕਦੇ ਲਾਲ ਸਿੰਘ ਦਿਲ ਪੜ੍ਹ ਲਿਆ, ਸੰਤ ਰਾਮ ਉਦਾਸੀ ਪੜ੍ਹ ਲਿਆ, ਜਿਹੜੇ ਸੰਘਰਸ਼ੀ ਕਵੀ ਨੇ ਜਿਹੜੇ ਲੋਕ ਹਿੱਤਾਂ ਦੀ ਗੱਲ ਕਰਦੇ ਨੇ, ਸਮਾਜਿਕ ਸਰੋਕਾਰ, ਉਹਨਾਂ ਨੂੰ ਮੈਂ ਜ਼ਿਆਦਾ ਪੜ੍ਹਦਾ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਵੇਂ ਆਪਣੇ ਕਿਸਾਨ ਅੰਦੋਲਨ ਹੋਇਆ ਨਾ, ਉਦੋਂ ਇਹ ਚੀਜ਼ਾਂ ਬਹੁਤ ਪੜ੍ਹੀਆਂ। ਅੱਛਾ। ਤੇ ਲਿਖੀਆਂ ਵੀ ਬਹੁਤ ਆ, ਵਾਰਤਕ ਵੀ ਲਿਖੇ। ਤੇ ਜਿਵੇਂ ਹੁਣ ਮਤਲਬ ਸੋਸ਼ਲ ਮੀਡੀਆ ਦਾ ਯੁੱਗ ਹੈ, ਇੰਸਟਾਗ੍ਰਾਮ ਦੇ ਉੱਤੇ, ਫੇਸਬੁੱਕ ਦੇ ਉੱਤੇ ਉਹ ਚੀਜ਼ਾਂ ਕਵਿਤਾਵਾਂ ਬਣਾ ਕੇ ਕਵਿਤਾ ਲਿਖਣ ਦਾ ਵੀ ਸ਼ੌਂਕ ਹੈ ਨਾਲ ਨਾਲ ਨਾਵਲ ਦੇ, ਫਿਰ ਉਹ ਅਸੀਂ ਪਾਈਆਂ ਵੀ। ਹਾਂ, ਮੈਂ ਅੱਗੇ ਤੁਹਾਡੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਇਕੱਠੀ ਕਰ ਰਿਹਾ ਸੀਗਾ ਵੀ ਪੁੱਛਣਾ ਹੁੰਦਾ ਸਵਾਲ। ਇਹਨਾਂ ਦੀ ਖਾਸੀਅਤ ਇਹ ਹੈ, ਇਹਨਾਂ ਨੇ ਆਪਦੇ ਕਰੈਕਟਰ ਦੇ ਮੂੰਹੋਂ ਜਿਹੜਾ ਨਾਵਲ ਦੇ ਵਿੱਚ ਕਈ ਕਵਿਤਾਵਾਂ ਤੁਸੀਂ ਅਖਵਾਈਆਂ ਹੈ ਨਾ ਉਹਨਾਂ ਦੇ ਮੂੰਹੋਂ। ਸੋ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ, ਪਰ ਫਿਲਹਾਲ ਵੇਲਾ ਇੱਕ ਨਿੱਕੀ ਜਿਹੀ ਬ੍ਰੇਕ ਦਾ ਹੋ ਗਿਆ ਜੀ। ਬ੍ਰੇਕ ਦੇ ਅਗਲੇਰੇ ਪਾਰ ਗੱਲਬਾਤ ਕਰਾਂਗੇ, 2 ਸਾਹਿਤਕਾਰ ਸਾਡੇ ਦਰਮਿਆਨ ਪਹੁੰਚੇ ਹੋਏ ਨੇ। ਸੋ ਆਜੋ ਮਿਲਦੇ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ। ਹਾਂਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਤੁਹਾਡਾ ਮੁੜ ਤੋਂ ਸਵਾਗਤ ਹੈ ਪ੍ਰੋਗਰਾਮ ਸਾਹਿਤਕ ਤੰਦਾਂ ਵਿੱਚ। ਅੱਜ ਸਾਹਿਤ ਦੀ ਤੰਦ ਬੜੀ ਪੀਢੀ ਪੈ ਰਹੀ ਹੈ। 2 ਸਾਹਿਤਕਾਰ ਸਾਡੇ ਦਰਮਿਆਨ ਪਹੁੰਚੇ ਨੇ, ਨੌਜਵਾਨ ਸਾਹਿਤਕਾਰ ਆ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਮਨਜਿੰਦਰ, ਗੁਰਮੀਤ ਵੀਰੇ, ਵੀ ਜਦੋਂ ਮੈਂ
ਨੌਜਵਾਨ ਜਦੋਂ ਕੋਈ ਸਾਹਿਤ ਦੀ ਗੱਲ ਕਰਦਾ ਜਾਂ ਸਾਹਿਤ ਨਾਲ ਜੁੜਨ ਦੀ ਗੱਲ ਕਰਦਾ, ਸ਼ਬਦ ਦੀ ਗੱਲ ਕਰਦਾ, ਅੱਖਰ ਦੀ ਗੱਲ ਕਰਦਾ, ਹੁਣ ਗੱਲ ਕਰ ਰਹੇ ਸੀ ਤੁਹਾਡੇ ਨਾਵਲ ਦੀ ਬਲੱਡ ਲਾਈਨ। ਬਲੱਡ ਲਾਈਨ ਨਾਵਲ ਦੇ ਵਿੱਚ ਤੁਸੀਂ ਪਾਤਰਾਂ ਦੇ ਮੂੰਹੋਂ ਕਹਿੰਦੇ 20 ਕਵਿਤਾਵਾਂ ਅਖਵਾਈਆਂ ਹੋਈਆਂ। ਹਾਂਜੀ, ਇੱਕ ਤਾਂ ਤੁਸੀਂ ਇਹਦੇ ਬਾਰੇ ਵੀ ਦੱਸਿਓ ਹਨਾ, ਕੋਈ ਕਵਿਤਾ ਸਾਂਝੀ ਵੀ ਕਰ ਸਕਦੇ ਹੋ। ਬਾਕੀ ਓਵਰਆਲ ਨਾ ਬਲੱਡ ਲਾਈਨ ਬਾਰੇ ਤੁਸੀਂ ਸਾਨੂੰ ਦਰਸ਼ਕਾਂ ਨੂੰ ਦੱਸੋ ਵੀ ਕੀ ਚੀਜ਼ ਹੈ, ਕੀ ਕਿਤਾਬ ਹੈਗੀ ਇਹਦੇ ਵਿੱਚ। ਬਲੱਡ ਲਾਈਨ ਦਲਿਤ ਭਾਈਚਾਰੇ ਦੇ ਉੱਤੇ ਲਿਖੀ ਗਈ ਹੈ, ਔਰਤ ਦੀ ਤਰਾਸਦੀ ਹੈ ਜੀ। ਇਹਦੇ ਵਿੱਚ ਦੋ ਪਾਤਰ ਲਏ ਨੇ ਮੇਨ। ਇੱਕ ਰਾਣੋ ਹੈ, ਇਹ ਟਾਈਮ ਪੀਰੀਅਡ ਹੈ ਜੋ ਉਹ ਚੱਲਦਾ ਹੈ 60 ਤੋਂ 66 ਦੇ ਵਿਚਾਲੇ, ਉਹ ਟਾਈਮ ਦੇ ਵਿੱਚ ਜਦੋਂ ਐਜੂਕੇਸ਼ਨ ਨਹੀਂ ਸੀ। ਰਾਣੋ ਨੂੰ ਕਿਸ ਤਰ੍ਹਾਂ ਜਿਹੜੇ ਉੱਚੇ ਘਰਾਣਿਆਂ ਦੇ ਲੋਕ ਨੇ ਉਹਨੂੰ ਯੂਜ਼ ਕਰਦੇ ਨੇ, ਉਹਦੀ ਗਰੀਬੀ, ਪਰ ਉਹਦੇ ਕੋਲ ਐਜੂਕੇਸ਼ਨ ਨਹੀਂ ਹੈਗੀ ਉਹ ਟਾਈਮ ਦੇ ਵਿੱਚ। ਰਾਣੋ ਉਸੇ ਤਰ੍ਹਾਂ ਦਬੀ ਕੁਚਲੀ ਰਹਿ ਜਾਂਦੀ ਹੈ ਜੀ। ਪਰ ਰਾਣੋ ਦੀ ਕੁੜੀ ਹੈ ਕਰਮੋ, ਜਿਸ ਨੂੰ ਪੜ੍ਹਨ ਦਾ ਮੌਕਾ ਮਿਲਦਾ ਹੈ। ਸਮਾਂ ਬਦਲਦਾ ਜਾਂਦਾ ਹੈ ਪਰ ਜਿਹੜੀਆਂ ਸਾਡੀਆਂ ਕ੍ਰਿਤੀਆਂ ਨੇ ਸਮਾਜ ਦੀਆਂ ਉਹ ਉਸੇ ਤਰ੍ਹਾਂ ਚੱਲਦੀਆਂ ਨੇ ਜੀ। ਰਾਣੋ ਆ ਜਿਹੜੀ ਉਹ ਆਪਦੀ ਐਜੂਕੇਸ਼ਨ ਦੇ ਨਾਲ ਜਿਹੜੀ ਚੀਜ਼ ਉਹਦੀ ਮਾਂ ਦੇ ਨਾਲ ਵਾਪਰ ਰਹੀ ਹੈ ਉਹ ਆਪਣੇ ਨਾਲ ਨਹੀਂ ਵਾਪਰ ਦਿੰਦੀ। ਉਹ ਸਮਾਂ ਤੋੜਦੀ ਹੈ, ਉਹ ਰੀਤਾਂ ਨੂੰ ਤੋੜਦੀ ਹੈ, ਜਿਹੜੇ ਉੱਚੇ ਘਰਾਣੇ ਹੈ ਉਹਨਾਂ ਨਾਲ ਲੜਦੀ ਹੈ ਤੇ ਅਖੀਰ ਤੇ ਆ ਕੇ ਜਿੱਤ ਪ੍ਰਾਪਤ ਕਰਦੀ ਹੈ। ਇਹ ਦਲਿਤ ਭਾਈਚਾਰੇ ਦੇ ਵਿੱਚ ਜੇ ਅਸੀਂ ਐਜੂਕੇਸ਼ਨ ਦੀ ਪਾਵਰ ਦਿਖਾਈ ਹੈ, ਇਹ 'ਚ ਫੈਮਿਨਿਜ਼ਮ ਦਾ ਕਨਸੈਪਟ ਵੀ ਲੈ ਕੇ ਆਉਂਦਾ ਹੈਗਾ। ਬਾਕੀ ਸਮਾਜ ਦੇ ਵਿੱਚ ਜੋ ਚੱਲਦਾ ਹੈ ਉਹ ਲੈ ਕੇ ਆਉਂਦਾ। ਔਰਤ ਦੀ ਤਰਾਸਦੀ ਨੂੰ ਵੀ ਬਿਆਨ ਕਰਦੀ ਆ ਤੇ ਕਹਿ ਲਓ ਵੀ ਉਹਦੀ ਤਾਕਤ ਨੂੰ ਵੀ ਬਿਆਨ ਕਰਦੀ ਹੈਗੀ ਆ। ਸਮਾਜ ਸਾਡਾ ਵੈਸੇ ਕਲਾਸਾਂ 'ਚ ਵੰਡਿਆ ਹੋਇਆ, ਵਰਗਾਂ 'ਚ ਵੰਡਿਆ ਹੋਇਆ, ਜਾਤਾਂ ਪਾਤਾਂ 'ਚ ਵੰਡਿਆ ਹੋਇਆ ਹਨਾ। ਸੋ ਵਧੀਆ ਗੱਲ ਆ ਜੇ ਨਾਵਲ ਇਦਾਂ ਦੇ ਆਉਂਦੇ ਆ ਮਨਜਿੰਦਰ। ਤੇ ਹੁਣ ਮੈਂ ਗੱਲ ਕਰਦਾ ਵੀ ਇਹ ਤੁਸੀਂ ਪੜ੍ਹਦੇ, ਤੁਸੀਂ ਕਵਿਤਾਵਾਂ ਉਹ ਲਿਖਦੇ ਨਾਵਲ ਹੋ, ਪਰ ਹੁਣ ਮੈਨੂੰ ਪਤਾ ਲੱਗਿਆ ਗੁੱਝੀ ਗੱਲ ਵੀ ਨਾਵਲ ਦੇ ਵਿੱਚ ਵੀ ਕਰੈਕਟਰਾਂ ਦੇ ਮੂੰਹੋਂ ਤੁਸੀਂ ਕਵਿਤਾਵਾਂ ਅਖਵਾ ਦਿੰਦੇ ਹੋ। ਕੋਈ ਇਹੋ ਜਿਹੀ ਕਵਿਤਾ ਜਿਹੜੀ ਤੁਸੀਂ ਤੁਹਾਡੇ ਦਿਲ ਦੇ ਨੇੜੇ ਹੋਵੇ, ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ? ਹਾਂ, ਇਹਦੇ ਵਿੱਚ ਕਵਿਤਾ ਹੈ, ਲੈ ਲਾਂ? ਹਾਂਜੀ ਹਾਂਜੀ। ਵੈਸੇ ਇੱਕ ਲੇਖਕ ਦੇ ਲਈ ਕਹਿ ਲਓ ਵੀ ਉਹਦੇ ਤਾਂ ਕੱਲੀ ਅੱਖਰ ਕੱਲਾ ਸ਼ਬਦ ਅੰਦਰੋਂ ਹੋ ਕੇ ਲੰਘਿਆ ਹੁੰਦਾ। ਫਿਰ ਵੀ ਬੜਾ ਟਾਈਮ ਹੋ ਗਿਆ ਬਈ, ਲੇਕਿਨ 2019 ਚ ਲਿਖਿਆ ਸੀ ਨਾ। ਹਾਂਜੀ, ਇਹਦਾ 5ਵਾਂ ਐਡੀਸ਼ਨ ਆ ਚੁੱਕਿਆ। ਹਾਂ, ਇਹਦਾ 5ਵਾਂ ਆ ਗਿਆ ਜੀ। ਹਾਂਜੀ, ਇਹ 'ਚ ਕਵਿਤਾ ਹੈ ਕਿ ਗੁੰਮਨਾਮ ਹੋ ਮਰ ਜਾਣਾ ਪਾਪ ਹੈ, ਦੁਨੀਆ ਖੁੱਲਾ ਖੇਡ ਦਾ ਮੈਦਾਨ, ਮੈਂ ਤੂੰ ਅਮੀਰ ਗਰੀਬ, ਹਿੰਦੂ ਸਿੱਖ ਈਸਾਈ ਮੁਸਲਮਾਨ, ਸਭੇ ਧਰਮਾਂ ਜਾਤਾਂ ਜੋ ਵੀ ਹੈ ਇਨਸਾਨ, ਸਭ ਇਸ ਖੇਡ ਦੇ ਨੇ ਖਿਡਾਰੀ, ਕੁਦਰਤ ਮਾਂ ਹੈ ਜੋ ਸਭਨਾਂ ਲਈ ਸ਼ਕਤੀ ਦਾ ਨਾਂ ਹੈ, ਇਸ ਸ਼ਕਤੀ ਨੂੰ ਸਮਝਣ ਵਾਲੇ ਚਮਕ ਗਏ ਵਾਂਗ ਸੂਰਜ ਚੰਨ ਤੇ ਤਾਰੇ, ਖੁਦ ਹਿੰਮਤ ਕਰ ਉਹ ਵੀ ਚਮਕੇ, ਖੁਦ ਹਿੰਮਤ ਕਰ ਉਹ ਵੀ ਚਮਕੇ, ਜੋ ਨੇ ਮਜਲੂਮ ਗਰੀਬ ਬੇਸਹਾਰੇ, ਬੇਸਮਝ ਬੇਹਿੰਮਤੇ ਹਨੇਰ ਗਰਦੀਆਂ ਨੇ ਮਾਰੇ, ਕੁਦਰਤ ਦੀ ਵਰਤੋਂ ਦਾ ਹੇਰ ਫੇਰ ਹੈ, ਇਹ ਸਭ ਸਮਝਾਂ ਦੀ ਖੇਡ ਹੈ, ਬਾਂਦਰ ਤੋਂ ਹੁਣ ਤੱਕ ਲੱਖਾਂ ਲੋਕਾਂ ਪ੍ਰਸਿੱਧੀ ਦੀ ਮਹਿ ਖਿਲਾਰੀ, ਜ਼ਿੰਦਗੀ ਇੱਕ ਖੇਡ ਹੈ ਤੇ ਵਿਰਲੇ ਨੇ ਖਿਡਾਰੀ, ਗੁੰਮਨਾਮ ਹੋ ਮਰ ਜਾਣਾ ਪਾਪ ਹੈ, ਪਾਪ ਹੈ, ਪਾਪ ਹੈ। ਕਿਆ ਬਾਤ ਹੈ ਜੀ, ਬਹੁਤ ਵਧੀਆ ਤੁਸੀਂ ਲਿਖਿਆ ਹੈ ਨਾ ਕਵਿਤਾ ਵੀ। ਸੋ ਬਲੱਡ ਲਾਈਨ ਦੀ ਗੱਲ ਕਰ ਲਈ ਆ ਤੇ ਹੁਣ ਮੇਰੇ ਸਾਹਮਣੇ ਸਿੱਖਾਂ ਦੀ ਡੱਬੀ ਪਈ ਆ। ਵੈਸੇ ਯਾਰ ਇਹ ਤੁਹਾਡੇ ਨਾਮ ਗੁਰਮੀਤ ਕਿੱਦਾਂ ਆਇਆ ਖਿਆਲ 'ਚ ਸਿੱਖਾਂ ਦੀ ਡੱਬੀ? ਇਹ ਕਨਸੈਪਟ ਆਏ ਸੀਗਾ ਵੀਰ ਜੀ ਵੀ ਮੈਨੂੰ ਕੋਈ ਬੰਦਾ ਕਹਿੰਦਾ ਵੀ ਲਾਟ ਵਰਗੀਆਂ ਕਵਿਤਾਵਾਂ ਤੇਰੀਆਂ। ਹਾਂਜੀ, ਤੇ ਵੀ ਉਵੇਂ ਆਪਾਂ ਸਿੰਬੋਲਿਕ ਰੂਪ ਦੇਣ ਦੀ ਕੋਸ਼ਿਸ਼ ਕਰੀ ਆ ਵੀ ਇਹ ਸਿੱਖਾਂ ਵਰਗੀਆਂ ਕਵਿਤਾਵਾਂ ਨੇ ਤੇ ਆਪਾਂ ਇੱਕ ਸੰਗ੍ਰਹਿ ਕਰਕੇ ਇੱਕ ਕਿਤਾਬ 'ਚ ਪਾਇਆ ਤੇ ਸਿੱਖਾਂ ਦੀ ਡੱਬੀ ਟਾਈਪ ਚੀਜ਼ ਹੈ, ਸਿੰਬੋਲਿਕ ਨਾਂ ਧਰਨ ਦੀ ਕੋਸ਼ਿਸ਼ ਕੀਤੀ ਵੀ ਇਹ ਜਿਹੜੀ ਤੀਲੀ ਕਿਸੇ ਕਵਿਤਾ ਦੀ ਤੀਲੀ ਜਦੋਂ ਕੋਈ ਪਾਠਕ ਦੇ ਪੜ੍ਹਨ ਵਾਲੇ ਦੇ ਅੰਦਰ ਚੱਲੂਗੀ ਤਾਂ ਉਹਦੇ ਅੰਦਰ ਭਾਂਬੜ ਪੈਦਾ ਹੋਣਗੇ ਹਨਾ, ਚੇਤਨਾ ਦੇ ਦੀਵੇ ਬਾਲਣਗੇ ਹਨਾ, ਗਿਆਨ ਦਾ ਕਹਿ ਲਓ ਵੀ ਰੋਸ਼ਨੀ ਹੋਊਗੀ, ਅਗਿਆਨਤਾ ਦਾ ਅੰਧਕਾਰ ਮਿਟੂਗਾ। ਸੋ ਨਾਮ ਬਾਰੇ ਤਾਂ ਗੱਲਬਾਤ ਹੋ ਗਈ ਤੇ ਇਹਦੇ ਵਿੱਚ ਕੋਈ ਕਵਿਤਾ ਕੋਈ ਸਾਡੇ ਨਾਲ ਸਾਂਝੀ ਕਰਨੀ ਚਾਹੂੰ? ਕਵਿਤਾ ਮੈਨੂੰ ਇਹ ਸਾਰੇ ਮੇਰੇ ਮਿੱਤਰ ਵੀ ਕਹਿੰਦੇ ਨੇ ਵੀ ਤੂੰ ਜ਼ਿਆਦਾ ਨਾ ਪੱਖੀ ਜਾਂ ਆਪਾਂ ਕਹਿ ਦਈਏ ਨਕਾਰਾਤਮਕ ਲਿਖਦਾ, ਨੈਗੇਟਿਵ ਲਿਖਦਾ, ਤਾਂ ਇਹ ਹਰੇਕ ਦੀ ਸ਼ੈਲੀ ਹੁੰਦੀ ਆ, ਅਲੱਗ-ਅਲੱਗ ਦੇਖਿਆ ਜਾਵੇ। ਹਾਂਜੀ, ਤਾਂ ਮੈਨੂੰ ਵੀ ਲੱਗਦਾ ਪਰ ਜ਼ਿਆਦਾਤਰ ਕਵਿਤਾਵਾਂ ਨੇ ਜਿਹੜੀਆਂ ਇਹਦੇ ਵਿੱਚ ਉਹ ਰੋਮਾਂਸਵਾਦ ਦੇ, ਵਿਛੋੜੇ ਦੇ, ਵਿਰਹੋ ਦੇ
ਤੇ ਤਾਂ ਇੱਕ ਉੱਪਰਲੀ ਕਲਾਸ ਨੂੰ ਵੰਗਾਰਦੀਆਂ ਵੀ ਨੇ ਕਿਹੜੀਆਂ ਕਵਿਤਾਵਾਂ, ਸਮਾਜਿਕ ਕਵਿਤਾਵਾਂ। ਹਾਂਜੀ। ਤੇ ਮੈਂ ਤੁਹਾਨੂੰ ਕਵਿਤਾ ਸੁਣਾਉਣਾ ਇਹਦੇ ਵਿੱਚੋਂ ਕੋਈ। ਇੱਕ ਕਵਿਤਾ ਸੀ ਕਿ ਇੱਕ ਨਵੀਂ ਫੇਰ ਕਿਉਂ ਸਾਂਝ ਹੋਈ, ਇੱਕ ਪ੍ਰੇਮੀ ਦਾ ਵੀ ਬਦਦੁਆ ਏ ਵੀ ਇਹ ਕਿਉਂ ਮੈਨੂੰ ਜ਼ਿੰਦਗੀ ਕਿਉਂ ਜੀਣੀ ਪੈ ਰਹੀ ਆ। ਇੱਕ ਨਵੀਂ ਫੇਰ ਕਿਉਂ ਸਾਂਝ ਹੋਈ, ਜ਼ਿੰਦਗੀ ਕੱਟਣੀ ਕੋਈ ਵੰਝ ਹੋਈ, ਭਰੀ ਭਰੀ ਨਰੋਈ ਲਾਲ ਖੱਖੀ ਛਾਤੀ ਉੱਤੇ, ਮਿਲਿਆ ਜਦ ਕੋਈ ਤੀਜਾ ਤਾਂ ਕਾਲੀ ਡੰਝ ਹੋਈ। ਤੁਰੀਆਂ ਕਿਤੋਂ ਬਰਾਤਾਂ ਤੇਰੇ ਵੱਲ ਆਉਣ ਨੂੰ, ਇੱਧਰ ਸਾਡੇ ਵੱਲ ਤਿਆਰ ਦੁੱਖਾਂ ਦੀ ਜੰਝ ਹੋਈ। ਤੇਰੇ ਹੱਥ ਲੱਗੇ ਮੇਰੇ ਪਿੰਡੇ ਨੂੰ ਅਰਸਾ ਹੋਇਆ, ਝੜ ਜਾਣੀ ਲੱਗਦਾ ਹੁਣ ਚਮੜੀ ਮੇਰੀ ਕੰਝ ਹੋਈ। ਦਾੜੀ ਵੱਧ ਗਈ ਚਿੱਤ ਨਹੀਂ ਕਟਵਾਉਣ ਦਾ, ਪਰ ਲੇਖਾਂ ਵਿੱਚ ਪੈ ਗਿਆ ਲੱਗਦਾ ਗੰਜ ਕੋਈ। ਹੇਜ ਕਰਦਾ ਕਰਦਾ ਮੈਂ ਤੇਰਾ ਰੱਬ ਸੀ ਵਿਸਾਰ ਗਿਆ, ਇਹੋ ਕਾਰਨ ਹੋਇਆ ਕਿ ਬਾਬਾ ਕੱਢ ਗਿਆ ਰੰਜ ਕੋਈ, ਕਿ ਬਾਬਾ ਕੱਢ ਗਿਆ ਰੰਜ ਕੋਈ। ਇਹ ਵਿਛੋੜੇ ਦੀ ਆ ਕਵਿਤਾ। ਹਾਂਜੀ। ਹਾਂ, ਬਹੁਤ ਵਧੀਆ ਲਿਖਿਆ ਤੁਸੀਂ। ਤੇ ਗੱਲ ਇਹ ਆ, ਕਹਿੰਦੇ ਕਵਿਤਾ ਕਿਸੇ ਦੁੱਖ ਚੋਂ ਨਿਕਲਦੀ ਆ, ਜਾਂ ਤੁਸੀਂ ਵੀ ਹਨਾ, ਜਾਂ ਕਹਿ ਲਓ ਵੀ ਪਿਆਰ ਚੋਂ ਉਪਜਦੀ ਆ ਹਨਾ। ਤੁਹਾਡੇ ਲਈ ਜਿਹੜੀ ਕਵਿਤਾ ਫੁੱਟੀ ਉਹ ਕਿੱਦਾਂ ਫੁੱਟੀ? ਪਹਿਲੀ ਕਵਿਤਾ ਕੋਈ ਯਾਦ ਹੋਵੇ, ਚੇਤਿਆਂ ਦੀਆਂ ਪਰਤਾਂ ਫੋਲੋ, ਕੋਈ ਵਿੱਚੋਂ ਨਿਕਲਿਆ ਵੀ ਹਾਂ ਮੈਂ ਆਹ ਚੀਜ਼ ਲਿਖੀ ਸੀ? ਪਰ ਜਦੋਂ ਪਿਛਲਾ ਫਰੋਲਦੇ ਆ ਤਾਂ ਐਂ ਲੱਗਦਾ ਆਪਦਾ ਪਿਛਲਾ ਪੜ੍ਹ ਕੇ ਵੀ ਉਦੋਂ ਹਲਕਾ ਲਿਖਦੇ ਸੀ। ਹੁਣ ਅੱਗੇ ਜਾਣੇ ਆ, ਹੁਣ ਆਹ ਜੋ ਕਿਤਾਬ ਮੇਰੀ ਲਗਭਗ ਸਾਲ ਵੀ ਨਹੀਂ ਹੋਇਆ ਤਿਆਰ ਹੋਈ ਨੂੰ, ਤਾਂ ਇੰਝ ਲੱਗਦਾ ਵੀ ਇਦੋਂ ਵੀ ਵਧੀਆ ਕਰ ਸਕਦੇ ਸੀਗੇ। ਅੱਛਾ, ਇਹ ਤੁਸੀਂ ਆਪਣੇ ਮਤਲਬ ਦਰਸ਼ਕ ਦੇਖ ਰਹੇ ਆ, ਤੁਸੀਂ ਆਪਦੀ ਕਿਤਾਬ ਦੇ, ਵੈਸੇ ਸਹੀ ਗੱਲ ਆਪਦੇ ਆਲੋਚਕ ਆਪ ਹੀ ਹੋਣਾ ਚਾਹੀਦਾ ਭਾਈ, ਕਿ ਨਹੀਂ? ਕੋਈ ਹੋਰ ਆਲੋਚਨਾ ਕਰੋ, ਆਪਦੇ ਆਲੋਚਕ ਆਪ ਹੀ ਹੋਣਾ ਚਾਹੀਦਾ। ਪਰ ਇਹਦੇ ਵਿੱਚ ਉਹ ਕਵਿਤਾਵਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਬਹੁਤ ਮਕਬੂਲ ਹੋਈਆਂ, ਵਧੀਆ ਸਰਾਹੀਆਂ ਗਈਆਂ, ਬਹੁਤ ਲੋਕਾਂ ਨੇ ਕਿਹਾ, ਲੋਕਾਂ ਨੇ ਉਤਸ਼ਾਹਿਤ ਕੀਤਾ ਵੀ ਤੁਸੀਂ ਕਿਤਾਬ ਕਰੋ, ਤਾਂ ਉਹਦੇ 'ਚੋਂ ਫੁੱਟੀਆਂ ਕਵਿਤਾਵਾਂ ਨੇ ਬਹੁਤ ਪਸੰਦ ਕਰੀ। ਲਗਭਗ 1 ਮਹੀਨੇ ਦੇ ਵਿੱਚ ਹੀ ਸਾਰਾ ਐਡੀਸ਼ਨ ਵਿਕ ਗਿਆ ਸੀਗਾ ਇਹਦਾ, ਤੇ ਹੁਣ ਦੂਸਰਾ ਐਡੀਸ਼ਨ। ਅਸਲ 'ਚ ਨਾ ਮੈਨੂੰ ਲੱਗਦਾ ਬਈ ਵੀ ਕਿਤਾਬ ਹੁੰਦੀ ਹੈ ਜਿਹੜੀ, ਹਾਂਜੀ, ਕਿਤਾਬ ਨਾ ਇੱਕ ਯੁੱਗ ਹੁੰਦੀ ਆ ਆਪਦੇ ਆਪ ਦੇ ਵਿੱਚ। ਕਿਤਾਬ ਮੈਂ ਜਿਹੜੇ ਮਤਲਬ ਕਿ ਨਵੇਂ ਰਾਈਟਰ ਨੇ ਹੈ ਨਾ, ਅਸੀਂ ਵੀ ਨਵੇਂ ਆ ਫਿਲਹਾਲ, ਜਿਹੜਾ ਵੀ ਨਵਾਂ ਰਾਈਟਰ ਆਉਂਦਾ ਉਹਨੂੰ ਨਾ ਕਾਹਲੀ ਹੁੰਦੀ ਆ ਮੈਂ ਕਿਤਾਬ ਕਰਾਂ। ਮੈਂ ਇਹਨੂੰ ਕਹਿੰਦਾ ਇਹ ਕਿਤਾਬ ਕਰੇ, ਕਹਿੰਦਾ ਮੈਂ ਬਹੁਤ ਛੋਟਾ ਵੀ ਹਲੇ ਮੈਂ ਕਿਤਾਬ ਕਰਨ ਦੇ ਯੋਗ ਨਹੀਂ ਹੈਗਾ। ਮੈਨੂੰ ਕਹਿੰਦਾ ਵੀ ਨਹੀਂ, ਮੈਂ ਮਤਲਬ ਆਪਾਂ ਪੜ੍ਹਦੇ ਹਾਂ ਜਦੋਂ ਆਪਾਂ ਨੂੰ ਅੰਦਾਜ਼ਾ ਹੋ ਜਾਂਦਾ ਵੀ ਆਪਾਂ ਕਿੰਨੇ ਕੁ ਪਾਣੀ 'ਚ ਆ, ਵੀ ਤੇਰੀ ਬੁੱਕ ਚੱਲੂ। ਇਹ ਕਹਿੰਦਾ ਵੀ ਮੈਨੂੰ ਪਤਾ ਬੁੱਕ ਚੱਲੂ, ਪਰ ਵੀ ਕੱਲ ਨੂੰ ਜਦੋਂ ਅੱਜ ਤੋਂ 50 ਸਾਲ ਬਾਅਦ ਕੋਈ ਮੇਰੀ ਬੁੱਕ ਪੜੂਗਾ ਤੇ ਉਹ ਮਤਲਬ ਕਿ ਐਵੇਂ ਨਾ ਕਹਦੇ ਵੀ ਇਹ ਕੂੜਾ ਕਬਾੜਾ ਕੀ ਲਿਖਿਆ ਉਹ ਟਾਈਮ ਦੇ ਰਾਈਟਰਾਂ ਨੇ, ਹਨਾ। ਹੁਣ ਇੱਕ ਗੱਲ ਹੈ ਕਿ ਮੈਨੂੰ ਲੱਗਦਾ ਕਿ ਕਿਤਾਬ ਹੈ ਜਿਹੜੀ, ਜਿਵੇਂ ਬੰਦੇ ਦੀ ਰਚਨਾ ਕੀਤੀ ਹੈ ਕੁਦਰਤ ਨੇ, ਉਵੇਂ ਸਾਨੂੰ ਕਿਤਾਬ ਦੀ ਰਚਨਾ ਕਰਨੀ ਚਾਹੀਦੀ ਹੈ, ਕਾਹਲੀ ਨਹੀਂ ਕਰਨੀ ਚਾਹੀਦੀ ਕਦੇ ਵੀ। ਮੈਂ 3 ਸਾਲ ਲਾ ਕੇ ਨਾਵਲ ਲਿਖਿਆ ਬਈ, ਪਰ ਫਿਰ ਵੀ ਮੈਨੂੰ ਲੱਗਦਾ ਵੀ ਮਤਲਬ ਕਿ ਹੋਰ ਬੈਟਰ ਹੋ ਸਕਦਾ ਸੀਗਾ। ਪਹਿਲੇ ਐਡੀਸ਼ਨ ਨੂੰ ਮੈਂ ਦੂਜੇ ਐਡੀਸ਼ਨ ਦੇ ਵਿੱਚ ਚੇਂਜ ਕੀਤਾ, ਕੁਝ ਗਲਤੀਆਂ ਰਹਿ ਗਈਆਂ ਸੀ, ਮਤਲਬ ਗ੍ਰਾਮੈਟਿਕਲੀ ਸੀਗੀਆਂ, ਉਹ ਕੱਢੀਆਂ ਨੇ। ਕੁਝ ਕਵਿਤਾਵਾਂ ਜਿਹੜੀਆਂ ਤੁਸੀਂ ਕਿਹਾ 20 ਕਵਿਤਾਵਾਂ ਪਾਈਆਂ, ਪਹਿਲਾਂ ਵੱਧ ਸੀ, ਫਿਰ ਉਹ ਘਟਾਈਆਂ ਨੇਗੀਆਂ। ਇਹ ਮਤਲਬ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਅਸੀਂ ਉਹਨਾਂ ਨੂੰ ਕੁਝ ਦੇ ਰਹੇ ਹਾਂ। ਇਹ ਕੋਈ ਗੀਤ ਨਹੀਂ ਹੈਗਾ ਵੀ ਜਿਹੜਾ ਟ੍ਰੈਂਡਿੰਗ 'ਚ ਗਿਆ ਚੱਲਿਆ ਤੇ ਫਿਰ ਗਾਇਬ ਹੋ ਗਿਆ, ਵੀ 2 ਹਫ਼ਤਿਆਂ ਬਾਅਦ ਮਤਲਬ ਕਿ ਫਲਾਨੇ ਦਾ ਗੀਤ ਆਇਆ ਸੀ, ਉਹਨੂੰ ਮਤਲਬ ਤੁਸੀਂ ਉਹ ਟਾਈਮ ਦੇ ਸਾਹਿਤਕਾਰਾਂ ਨੂੰ ਨਹੀਂ ਜਾਣਦੇ, ਮਤਲਬ ਕਿ ਉਹ ਟਾਈਮ ਦੇ ਸਾਹਿਤਕਾਰਾਂ ਦੇ ਨਾਂ ਤੁਹਾਡੇ ਸਭ ਦੇ ਯਾਦ ਹੋਣਗੇ। ਤੁਸੀਂ ਐਂ ਦੇਖ ਲਓ ਗੋਰਕੀ ਦੀ ਮਾਂ, ਹਨਾ, ਕਦੋਂ ਦੀ ਆਈ? ਨਾਨਕ ਸਿੰਘ ਦਾ ਚਿੱਟਾ ਲਹੂ ਕਦੋਂ ਦਾ ਆਇਆ ਹੋਇਆ, ਹਨਾ। ਤੇ ਮਤਲਬ ਕਿ ਜਸਵੰਤ ਕੰਬਲ ਦੇ ਨਾਵਲ ਲੋਕਾਂ ਦੇ ਮਤਲਬ ਕਿ ਟਿਪਸ ਤੇ ਨੇ, ਪਰ ਉਹ ਟਾਈਮ ਦੇ ਗਾਣੇ ਜੇ ਤੁਹਾਨੂੰ ਮਤਲਬ 2-4 ਗਾਣਿਆਂ ਤੋਂ ਬਿਨਾਂ, ਹਨਾ, ਜਮਲੇ ਦੇ ਹੋਣਗੇ 2-4 ਗਾਣੇ, ਜਾਂ ਮਤਲਬ ਕਿ ਮਾਨਕ ਦੇ, ਇਹ ਜਿਹੜੇ ਸ਼ਾਹਕਾਰ ਮਤਲਬ ਕਿ ਜਿਨ੍ਹਾਂ ਦੇ ਉਹਨਾਂ ਦੇ ਵੀ ਸ਼ਾਹਕਾਰ ਸੀ ਉਹ ਚੱਲ ਰਹੇ ਨੇ। ਪਰ ਜਿਹੜੀ ਕਿਤਾਬ ਹੈ, ਕਿਤਾਬ ਤੁਸੀਂ ਸੁਸਾਇਟੀ ਨੂੰ ਦੇਣੀ ਹੈ, ਇਹ ਸਦੀਆਂ ਤੱਕ ਚੱਲਣੀ ਹੈ, ਤਾਂ ਕਰਕੇ ਇਹਦੇ ਵਿੱਚ ਕਾਹਲੀ ਨਹੀਂ ਕੀਤੀ ਜਾ ਸਕਦੀ, ਜਾਂ ਇਹਦੇ ਵਿੱਚ ਗਲਤੀ ਦੀ ਗੁੰਜਾਇਸ਼ ਹੀ ਨਹੀਂ। ਤੁਸੀਂ ਕਿਤਾਬ ਦੇ ਵਿੱਚ ਬੜਾ ਸੋਚ ਸਮਝ ਕੇ ਤੁਹਾਨੂੰ ਫੈਸਲਾ ਲੈਣਾ ਚਾਹੀਦਾ ਜੇ ਤੁਸੀਂ ਕਹ ਲਓ ਵੀ ਆਪਣੀਆਂ ਰਚਨਾਵਾਂ ਨੂੰ ਕਿਤਾਬ ਦਾ ਰੂਪ ਦੇਣਾ ਚਾਹੁੰਦੇ ਹੋ। ਫਿਲਹਾਲ ਵੇਲਾ ਇੱਕ ਨਿੱਕੀ ਜਿਹੀ ਬ੍ਰੇਕ ਦਾ ਹੋ ਗਿਆ। ਬ੍ਰੇਕ ਦੇ ਅਗਲੇਰੇ ਪਾਰ ਕਿਤਾਬ ਬਾਰੇ, ਸਾਹਿਤ ਬਾਰੇ, ਸਾਹਿਤਕ ਰਚਨਾਵਾਂ ਬਾਰੇ ਗੱਲਾਂ ਬਾਤਾਂ ਕਰਾਂਗੇ। ਆਜੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਦੇ ਉਸ ਪਾਰ ਦੁਬਾਰਾ ਫੇਰ ਤੁਹਾਡੇ ਨਾਲ ਜੁੜੀ ਆ ਤਾਰ। ਸੋ ਗੱਲ ਕਰਦੇ ਆ ਸਾਡੇ ਦਰਮਿਆਨ ਪਹੁੰਚੇ ਆ ਸਾਹਿਤਕਾਰ। ਦੇਖੋ ਮੇਰੇ 'ਚ ਵੀ ਅੱਜ
ਕਹ ਲਓ ਕਵੀ ਵਾਲੇ ਗੁਣ ਜਾਗ ਰਹੇ ਨੇ, ਇਹ ਕਹ ਲਓ ਸੰਗਤ ਦਾ ਹੀ ਅਸਰ ਹੁੰਦਾ। ਸੋ ਗੱਲ ਇਹ ਕਰਦੇ ਆ, ਮਾਖਾ ਜੀ ਤੇ ਗੁਰਮੀਤ ਜੀ ਦੋ ਸਾਹਿਤਕਾਰ ਸਾਡੇ ਦਰਮਿਆਨ ਪਹੁੰਚੇ ਨੇ। ਮਾਖਾ ਪਿੰਡ ਇੱਕੋ ਪਿੰਡ ਆ ਤੁਹਾਡਾ ਦੋਵਾਂ ਦਾ, ਤੇ ਤੁਹਾਡਾ ਨਾਵਲ ਆਇਆ, ਤੁਹਾਡੀ ਕਵਿਤਾਵਾਂ ਦੀ ਕਿਤਾਬ ਆਈ ਆ। ਸੋ ਜਦੋਂ ਇਹ ਆਇਆ ਉਦੋਂ ਬਾਅਦ 'ਚ ਜਦੋਂ ਇੱਕ ਮੋਹਰ ਲੱਗ ਜਾਂਦੀ ਹੈ ਕਿਤਾਬ ਆਉਣ ਤੋਂ ਬਾਅਦ ਵੀ ਇਹ ਰਾਈਟਰ ਨੇ, ਇਹ ਸ਼ਾਇਰ ਆ, ਇਹ ਲੇਖਕ ਆ, ਇਹ ਕਵੀ ਆ, ਹੈ ਨਾ। ਤੁਹਾਡੇ ਨਾਲ ਆਮ ਲੋਕਾਂ ਦਾ ਜਾਂ ਪਿੰਡ ਦੇ ਜਿਹੜੇ ਵਿਚਰਨ ਵਾਲੇ ਉਹਨਾਂ ਦੇ ਵਰਤਾਅ 'ਚ ਕੋਈ ਫਰਕ ਆਇਆ ਵਰਤਾਓ 'ਚ? ਪਹਿਲਾਂ ਤਾਂ ਦੇਖਿਆ ਜਾਵੇ ਵੀ ਸਾਹਿਤ ਨਾਲ ਜੁੜਨਾ ਇੱਕ ਵੱਡੀ ਗੱਲ ਅੱਜ ਦੇ ਸਮੇਂ 'ਚ ਦੇਖਿਆ ਜਾਵੇ ਜੀ, ਕਿਉਂਕਿ ਸਾਡੇ ਪਿੰਡ 'ਚ ਮੁਸ਼ਕਲ ਨਾਲ 20 ਬੰਦੇ ਹੋਣਗੇ ਜਿਹੜੇ ਕਿਤਾਬਾਂ ਨਾਲ ਜੁੜੇ ਆ। ਤਾਂ ਪਿੰਡ ਦੇ ਹੁਣ ਮੁੰਡੇ ਜਿਹੜੇ ਨਵੇਂ ਪੜ੍ਹਨ ਲੱਗੇ ਆ, ਸਾਡੇ ਤੋਂ ਕਿਤਾਬਾਂ ਮੰਗ ਕੇ ਲੈ ਕੇ ਜਾਂਦੇ ਆ, ਤਾਂ ਵੀ ਨਵੇਂ ਮੁੰਡਿਆਂ ਨੂੰ ਪੜ੍ਹਨ ਲਾਉਣਾ ਵਧੀਆ ਸੋਹਣੀ ਗੱਲ ਆ, ਲੱਗਦੀ ਆ ਵੀ ਇੱਕ ਸਪੈਸ਼ਲ ਫੀਲ ਹੁੰਦਾ। ਤੇ ਕਿਤਾਬਾਂ ਨਾਲ ਬਹੁਤ ਘੱਟ ਜੁੜੇ, ਅੱਜ ਕੱਲ ਫੋਨਾਂ ਨਾਲ ਵੱਧ ਜੁੜੇ ਆ, ਹਾਂਜੀ ਹਾਂਜੀ, ਰੀਲਾਂ ਨਾਲ ਵੱਧ ਜੁੜੇ ਆ, ਹਨਾ। ਸੋ ਉਹਦੀ ਸੋਸ਼ਲ ਮੀਡੀਆ ਦੀ ਵੀ ਗੱਲ ਕਰਾਂਗੇ। ਸੋ ਤੁਸੀਂ ਕੰਟੀਨਿਊ ਕਰੋ ਵੀ ਪਿੰਡ ਦੀ। ਹੋਰ ਦੱਸੋ। ਪਿੰਡ ਦੇ ਵਿੱਚ ਇਹ ਹੈ ਵੀ ਜਦੋਂ ਕਿਸੇ ਦੇ ਬੱਚੇ ਦਾ ਬਰਥਡੇ ਹੁੰਦਾ, ਉਹ ਸਾਨੂੰ ਫੋਨ ਕਰਦਾ ਕਿ ਅਸੀਂ ਮਤਲਬ ਕਿ ਅੱਜ ਸਾਡੇ ਬੱਚੇ ਦਾ ਬਰਥਡੇ ਹੈ ਤੇ ਤੁਸੀਂ ਨਾ ਕੋਈ ਸ਼ੇਅਰ ਟਾਈਪ ਜਾਂ ਕਵਿਤਾ ਮਤਲਬ ਕਿ ਸਾਡੇ ਤੇ ਮਤਲਬ ਕਿ ਮਾਂ ਪਿਓ ਤੇ ਬੱਚੇ ਦਾ ਜਿਹੜਾ ਰਿਲੇਸ਼ਨ ਹੈ, ਮਾਂ ਤੇ ਬੱਚੇ ਦਾ ਰਿਲੇਸ਼ਨ ਹੈ, ਕੋਈ ਇਹੋ ਜਿਹੀ ਕਵਿਤਾ ਲਿਖ ਕੇ ਭੇਜੋ। ਨੌਜਵਾਨ ਮੁੰਡੇ ਫੋਨ ਕਰਦੇ ਨੇ ਵੀ ਅਸੀਂ ਆਪਦੀ ਗਰਲਫਰੈਂਡ ਵਾਸਤੇ, ਆਪਦੀ ਸਹੇਲੀ ਵਾਸਤੇ ਮੈਨੂੰ ਕੁਛ ਮਤਲਬ ਕਿ ਇੰਪ੍ਰੈਸ ਕਰਨਾ ਹੈ ਜੀ, ਕੋਈ ਰੋਮਾਂਟਿਕ ਸ਼ੇਅਰ ਹੀ ਸਾਨੂੰ ਭੇਜੋ, ਹੈ ਨਾ। ਸਿਆਣੇ ਬੰਦੇ ਵੀ ਮਤਲਬ ਮੇਰਾ ਨਾਵਲ ਪਿੰਡ ਦੇ ਵਿੱਚ ਕਈਆਂ ਨੇ ਮਤਲਬ ਪੜ੍ਹਿਆ ਹੈਗਾ, ਪਰ ਜਦੋਂ ਪਿੰਡ ਦਾ ਕੋਈ ਵੱਡਾ ਬੰਦਾ ਕਹਿੰਦਾ ਵੀ ਹਾਂ ਇਹਨੂੰ ਪਤਾ ਨਹੀਂ ਕੀ ਕਹਿੰਦੇ, ਮੈਨੂੰ ਪਿੰਡ ਦੇ ਵਿੱਚ ਮਤਲਬ ਸਾਰੇ ਮੁੰਡੇ ਪਾਸ਼ ਮੈਨੂੰ ਸ਼ਿਵ ਕਹਿੰਦੇ। ਅੱਛਾ ਜੀ, ਇੱਕ ਪਿੰਡ ਦੇ ਵਿੱਚ ਦੋ ਕਹਿ ਲਓ ਪੰਜਾਬੀ ਦੇ ਮਕਬੂਲ ਸ਼ਾਇਰ ਜਿਹੜੇ ਹੋਏ ਆ, ਹਨਾ, ਉਹਨਾਂ ਦੇ ਨਾਮ ਨਾਲ ਜਦੋਂ ਬੁਲਾਇਆ ਜਾਣਾ ਆਪਦੇ ਆਪ ਲਈ ਵੀ ਇੱਕ ਇਹ ਬੜੀ ਵੱਡੀ ਗੱਲ ਹੈ। ਸ਼ਿਵ ਦੇ ਜੇ ਕੋਈ ਪੈਰ ਵਰਗਾ ਵੀ ਕਹਿ ਦੇ ਉਹ ਵੀ ਕੰਪਲੀਮੈਂਟ ਹੈ। ਫਿਰ ਉਹਦੇ ਨਾਲ ਇਹ ਦੋਨੇ ਨਾ ਸਮਕਾਲੀ ਹੋਣ ਸਮਕਾਲੀ ਸੀ, ਪਰ ਦੋਨੇ ਮਤਲਬ ਕਿ ਇਹਨਾਂ ਦਾ ਸ਼ੈਲੀ ਅਲੱਗ ਸੀ ਨਾ। ਸ਼ਿਵ ਅੱਡ ਚੱਲ ਮਤਲਬ ਉਹ ਰੋਮਾਂਸ ਵਾਸਤੇ ਜਾਂ ਵਿਯੋਗ ਉਹਦੇ ਵਾਸਤੇ ਜਾਣਿਆ ਗਿਆ, ਪਾਸ਼ ਮਤਲਬ ਕਿ ਆਪਦੀਆਂ ਕ੍ਰਾਂਤੀਕਾਰੀ ਕਵਿਤਾਵਾਂ ਬਾਰੇ। ਸੋ ਇੱਕੋ ਪਿੰਡ 'ਚ ਦੋ ਨੇ, ਮਤਲਬ ਭਵਿੱਖ ਦੇ ਪਾਸ਼ ਕਹਿ ਲਓ ਤੇ ਭਵਿੱਖ ਦੇ ਸ਼ਿਵ ਕਹਿ ਲਓ। ਖੈਰ ਤੁਸੀਂ ਲੱਗੇ ਹੋਏ ਯਾਰ, ਤਰੱਕੀਆਂ ਕਰੋਗੇ, ਵਧੀਆ ਤੁਹਾਡੀ ਕਲਾ ਅੱਗੇ ਫੁੱਲੂਗੀ, ਹੈ ਨਾ। ਸੋ ਗੱਲ ਪਾਸ਼ ਨਾਲ ਕਰਾਂਗੇ ਪਹਿਲਾਂ ਸ਼ਿਵ ਨਾਲ ਕਰਾਂ? ਸ਼ਿਵ ਨਾਲ ਕਰੋ, ਦੂਜੇ ਤੇ ਸਿੱਟ ਦੋ, ਹੈ ਨਾ। ਚਲੋ ਵਧੀਆ ਗੱਲ ਆ। ਅੱਛਾ ਜੀ ਸ਼ਿਵ ਜੀ, ਫਿਰ ਹੁਣ ਸਾਨੂੰ ਕੋਈ ਹੋਰ ਕਵਿਤਾ ਸੁਣਾ ਦਿਓ ਤੁਹਾਡੀ। ਹਾਂਜੀ, ਪਿਛਲੀ ਕਵਿਤਾ ਕਾਲ ਨਾ ਕਰੋ ਸੁਣਾਉਣ ਲੱਗੇ, ਪਿਛਲੀ ਵਾਰੀ ਕਾਲ ਕਰ ਗਏ ਤੁਸੀਂ। ਪਿਛਲੀ ਕਵਿਤਾ ਜਿਵੇਂ ਨਿੱਜ ਨਾਲ ਸੀਗੀ, ਹੁਣ ਸਮਾਜਿਕ ਕਵਿਤਾ ਹੈ ਮੇਰੀ ਕਿ ਇੱਕ ਤਰਾਸਦੀ ਹੈ ਕਿਸੇ ਮਜ਼ਦੂਰ ਦੀ, ਕਹਿ ਲਈਏ ਆਪਾਂ। ਹਾਂਜੀ। ਅੱਖ ਤੇ ਅੰਬੀ ਕਵਿਤਾ ਦਾ ਸਿਰਲੇਖ ਹੈ। ਸਾਜਰੇ ਉੱਠਣਾ ਹੈ ਔਖਾ ਬੜਾ, ਹੱਡ ਭੰਨਣੀ ਛੱਡਦੀ ਏ। ਅੱਜ ਪਹਿਲਾਂ ਕਿਵੇਂ ਮਾਲਕ ਤੋਂ ਮੰਗਾਂ ਪੈਸੇ, ਇਹ ਬਿਪਤਾ ਭਿੜਦੀ ਏ। ਇਹ ਪੰਘੂੜੇ ਦੀ ਮੰਗ ਕਰਦੀਆਂ ਨੇ ਨੰਨੀਆਂ ਅੱਖਾਂ, ਇਹ ਗੁੱਡੀ ਅਨਭੋਲ ਜਹੀ ਜੋ ਮੇਰੇ ਫਿਰਦੀ ਰਿੜਦੀ ਏ। ਇਹ ਤਰੇੜ ਛੱਡ ਗਈ ਮੇਰੇ ਖਸਤਾ ਤਖਤ ਪੋਸ਼ ਦੇ ਉੱਤੋਂ, ਇੱਤੇ ਸਾਈਕਲ ਦੇ ਪਵਾਉਣੀ ਟੂਪ ਰੀਝ ਦੱਬੀ ਚਰਦੀ ਏ। ਸੂਟ ਦੇ ਫੁੱਲ ਇਹਦੇ ਵੀ ਫਿੱਕੇ ਪੈਂਦੇ ਜਾਂਦੇ ਨੇ, ਕਸੀਸ ਵੱਟ ਦੀ ਘਰ ਵਾਲੀ ਤੇ ਮੈਨੂੰ ਕੜਮਾ ਕਹਿ ਕੇ ਚੜਦੀ ਏ। ਨਿੱਤ ਥੱਕ ਗਿਆ ਪਹੁੰਚਿਆਂ ਨੂੰ ਸੂਈਆਂ ਪਰੁੰਨ ਕੇ, ਸਿਉਣ ਇਹਦੀ ਤੇ ਮੇਰੀਆਂ ਘਸੀਆਂ ਕਫਾਂ ਦੀ ਨਿੱਤ ਧਿੜਦੀ ਏ। ਇਹ ਨਿਆਣੇ ਰੋਂਦੇ ਨੇ ਆਮ ਕੁੱਟ ਲਈ ਮੇਰੀ ਬਾਂਹ ਹਲੂਣਦੇ ਨੇ, ਅੱਖਾਂ ਕਿਰਦੀਆਂ ਤੇ ਉਧਰੋਂ ਸਰਦਾਰ ਦੇ ਘਰ ਅੰਬੀ ਕਿਰਦੀ ਏ, ਤੇ ਉਧਰੋਂ ਸਰਦਾਰ ਦੇ ਘਰ ਅੰਬੀ ਕਿਰਦੀ ਏ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਸੋਹਣੀ ਕਵਿਤਾ ਸੀ। ਕਵਿਤਾ ਦਾ ਭਾਵ ਬੜਾ ਪਿਆਰਾ ਸੀਗਾ, ਵਧੀਆ ਲੱਗਿਆ ਤੁਹਾਡੀ ਰਚਨਾ। ਸੋ ਗੱਲ ਇਹ ਕਰ ਰਹੇ ਆ ਜਿਵੇਂ ਮਨਜਿੰਦਰ, ਜਿਵੇਂ ਬਈ ਤੁਸੀਂ ਤੁਹਾਨੂੰ ਕਹਿੰਦੇ ਆ ਵੀ ਲਿਖੋ, ਕੁਛ ਲਿਖ ਕੇ ਭੇਜੋ, ਹੈ ਨਾ। ਉਹ ਤੁਹਾਡੀ ਇੱਕ ਸੰਵੇਦਨਸ਼ੀਲਤਾ ਹੀ ਆ। ਤੁਸੀਂ ਕਿਸੇ ਵਾਰੀ ਫੀਲ ਕਰਦੇ ਹੋ ਕਿ ਬੱਚੇ ਦੇ ਬਰਥਡੇ ਤੇ ਕੁਛ 4 ਲੈਣਾ ਲਿਖਦੇ ਹੋ, ਹੈ ਨਾ। ਸੋ ਇੱਕ ਸ਼ਾਇਰ ਦੀ ਸੰਵੇਦਨਸ਼ੀਲਤਾ ਬਾਰੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਵੀ ਕਿੰਨੇ ਕੁ ਸੰਵੇਦਨਸ਼ੀਲ ਹੋ ਤੁਸੀਂ, ਕਿੰਨਾ ਕੁ ਤੁਹਾਡੇ ਅੰਦਰ ਹੈਗੇ ਹੀ ਹੋ, ਪਰ ਤੁਸੀਂ ਕੀ ਫੀਲ ਕਰਦੇ ਹੋ ਜਦੋਂ ਆਸੇ-ਪਾਸੇ ਵਿਚਰਦੇ ਹੋ? ਉਹ 'ਚ ਤਾਂ ਕੋਈ ਸ਼ੱਕ ਨਹੀਂ ਵੀ ਨਹੀਂ ਹੈਗੇ ਵਿਚਰਦੇ ਸਾਰੇ ਆ, ਪਰ ਸ਼ਾਇਰ ਜਾਂ ਲੇਖਕ ਗੱਲਾਂ ਫੜ ਲੈਂਦੇ ਆ ਜਿਹੜੀਆਂ ਵਿਚਰਦੇ ਨੇ। ਹਾਂਜੀ, ਜਦੋਂ ਨਾ ਅਸੀਂ ਆਮ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵਿਚਰਦੇ ਹਾਂ, ਲੇਖਕ ਆ ਜਿਹੜਾ ਉਹਦਾ ਦੂਜੇ ਲੋਕਾਂ ਨੂੰ ਇਹੀ ਇੱਕ ਅਲੱਗ ਗੱਲ ਹੈ, ਪਰਸਪੈਕਟਿਵ ਵੱਖਰਾ। ਉਹ ਮਤਲਬ ਕਿ ਜਦੋਂ ਵਿਚਰਦਾ ਉਹ ਚੀਜ਼ਾਂ ਨੂੰ ਵੇਖਦਾ ਤੇ ਮਹਿਸੂਸ ਕਰਦਾ।
ਮਹਿਸੂਸ ਕਰਕੇ ਉਹ ਕਾਗਜ਼ ਦੇ ਉੱਪਰ ਉਤਾਰ ਲੈਂਦਾ। ਹੁਣ ਨਾ ਮੈਂ ਤੁਹਾਨੂੰ ਗੱਲ ਸੁਣਾਉਣਾ, ਪਿਛਲੇ ਦਿਨੀ ਨਾ ਮੈਂ ਆਪਦੀ ਵਾਈਫ ਤੇ ਬੱਚੇ ਨਾਲ ਟਰੈਵਲ ਕਰ ਰਿਹਾ ਸੀਗਾ ਜੀ ਜੀ ਜੀ। ਤੇ ਹੁਣ ਪਿੰਡਾਂ ਦੇ ਆਪਣੇ ਮੌਸਮ ਹੈਗਾ, ਸਾਉਣ ਹੈਗਾ ਗਾ, ਤੇ ਉਦੋਂ ਮਹੀਨੇ ਪਹਿਲਾਂ ਦੀ ਗੱਲ ਆ ਗਈ ਸ਼ਾਇਦ, ਝੋਨਾ ਲੱਗਣਾ ਸਟਾਰਟ ਹੋਇਆ, ਉਦੋਂ ਗਰਮੀ ਬਹੁਤ ਜ਼ਿਆਦਾ ਸੀਗੀ। ਮੈਂ ਕਾਰ ਤੇ ਆ ਰਿਹਾ ਸੀਗਾ ਤੇ ਖੇਤਾਂ 'ਚ ਨਾ ਜਿਹੜੀਆਂ ਝੋਨੇ ਵਾਲੀਆਂ ਮਤਲਬ ਕਿ ਆਪਣੀਆਂ ਲੇਡੀਜ਼ ਹੁੰਦੀਆਂ ਨੇ, ਉਹ ਇੱਕ ਦੁਪਹਿਰ ਤੋਂ ਬਾਅਦ ਨਾ ਉਹਨਾਂ ਜਿਹੜਾ ਰੈਸਟ ਟਾਈਮ ਸੀਗਾ, ਉਹਨਾਂ ਨੇ ਚਾਹ ਪਾਣੀ ਪੀਤਾ ਹੋਊਗਾ ਸ਼ਾਇਦ, ਰਾਹ ਤੇ ਬੈਠ ਜਾਂਦੇ, ਰਾਹ ਤੇ ਬੈਠੀਆਂ, ਰੋਡ ਦੇ ਉੱਪਰ ਬੈਠੀਆਂ ਸੀਗੀਆਂ, ਲਿੰਕ ਰੋਡ ਸੀਗਾ, ਸੜਕ ਦੇ ਉੱਪਰ ਬੈਠੀਆਂ ਸੀਗੀਆਂ ਕਿਸੇ ਦਰਖਤ ਦੀ ਛਾਂ ਵਿੱਚ। ਤੇ ਇੱਕ ਨਾ ਮੇਰੀ ਦੂਰੋਂ ਨਿਗਾਹ ਪਈ, ਇੱਕ ਕੁੜੀ ਨੇ ਨਾ ਮਤਲਬ ਕਿ ਸੜਕ ਦੇ ਉੱਪਰ ਉਹ ਪਈ ਸੀਗੀ, ਉਹ ਢੂਈ ਸਿੱਧੀ ਕਰ ਰਹੀ ਸੀ, ਕਿਉਂਕਿ ਸਾਰਾ ਦਿਨ ਸਿਖਰ ਦੁਪਹਿਰਾ ਹਨਾ, ਮਤਲਬ ਕਿ ਸੂਰਜ ਪਿੱਠ ਦੇ ਉੱਪਰ ਚੱਕਿਆ ਹੋਇਆ ਸੀ ਉਹਨਾਂ ਨੇ, ਤੇ ਉਹ ਢੂਈ ਸਿੱਧੀ ਕਰ ਰਹੀ ਸੀ। ਮੈਨੂੰ ਦੂਰੋਂ ਲੱਗ ਗਿਆ ਪਤਾ ਕਿ ਹੁਣ ਵੀ ਮੇਰੀ ਕਾਰ ਜਾਂਦੀ ਹੈ ਤੇ ਉਹ ਕੁੜੀ ਨੂੰ ਉੱਠਣਾ ਪਊਗਾ, ਤੇ ਮੈਨੂੰ ਮੈਂ ਤਾਂ ਮੇਰਾ ਅੰਦਰੋਂ ਦਿਲ ਨਹੀਂ ਚਾਹੁੰਦਾ ਸੀਗਾ ਕਿ ਵੀ ਮੈਂ ਉਹਨੂੰ ਉਠਾਵਾਂ, ਪਰ ਮੇਰੀ ਮਜਬੂਰੀ ਸੀ। ਪਰ ਮੇਰੀ ਵਾਈਫ ਨੂੰ ਨਹੀਂ ਇਹ ਗੱਲ ਦਾ ਪਤਾ ਲੱਗਿਆ। ਮੈਂ ਉਹਨੂੰ ਅੱਗੇ ਜਾ ਕੇ ਦੱਸਿਆ ਵੀ ਉਹ ਕੁੜੀ ਪਈ ਸੀ ਨਾ, ਉਹਨੂੰ ਵਿਚਾਰੀ ਨੂੰ ਆਪਾਂ ਉੱਠਣਾ ਪਿਆ ਆਪਣੇ ਕਰਕੇ, ਪਰ ਮੈਂ ਉੱਥੋਂ ਲੰਘਣਾ ਸੀ, ਉਹੀ ਬਿੰਦ ਘੜੀ ਉਹਨੇ ਆਰਾਮ ਕਰਨਾ ਬਾਈ, ਉਹੀ ਬਿੰਦ ਘੜੀ ਉਹਨੇ ਆਰਾਮ ਕਰਨਾ ਸੀਗਾ, ਉਹਨੂੰ ਉੱਠਣਾ ਪਿਆ। ਮੈਂ ਕਿਹਾ ਉਹਨੇ ਚਿੱਤ 'ਚ ਪਤਾ ਨਹੀਂ ਆਖਿਆ ਹੋਣਾ ਆ ਕਾਰ ਵਾਲਾ ਕਿੱਧਰੋਂ ਆਇਆ, ਮਤਲਬ ਮਸਾਂ 5 ਮਿੰਟ ਮਿਲੇ ਆ, 10 ਮਿੰਟ ਮਿਲੇ ਆ ਹਨਾ। ਇਹੀ ਸੰਵੇਦਨਸ਼ੀਲਤਾ ਹੈ, ਜਿਹੜੀ ਚੀਜ਼ ਅਸੀਂ ਮਹਿਸੂਸ ਕਰ ਸਕਦੇ ਹਾਂ, ਇੱਕ ਰਾਈਟਰ ਮਹਿਸੂਸ ਕਰ ਸਕਦਾ, ਉਹ ਆਮ ਬੰਦਾ ਨਹੀਂ ਕਰ ਸਕਦਾ। ਬਿਜ਼ਨਸਮੈਨ ਤਾਂ ਕਦੇ ਵੀ ਨਹੀਂ ਕਰ ਸਕਦਾ। ਮੈਂ ਕਹਿੰਦਾ ਮਸ਼ੀਨਾਂ ਕਦੇ ਖੁਸ਼ ਨਹੀਂ ਹੁੰਦੀਆਂ, ਜ਼ਿਆਦਾਤਰ ਬਿਮਾਰ ਹੋ ਜਾਂਦੀਆਂ ਨੇ ਪਰ ਖੁਸ਼ ਨਹੀਂ ਹੁੰਦੀਆਂ, ਖਰਾਬ ਹੋ ਜਾਂਦੀਆਂ ਨੇ। ਇਹ ਮੈਂ ਕਵਿਤਾ ਵੀ ਲਿਖੀ ਵੀ ਹੈ, ਮਸ਼ੀਨਾਂ ਕਦੇ ਖੁਸ਼ ਨਹੀਂ ਹੁੰਦੀਆਂ, ਬਿਮਾਰ ਸੁਣਾ ਸਕਦੇ ਹੋ। ਯਾਦ ਆ ਤੁਹਾਡੇ? ਮੈਨੂੰ ਫੋਨ 'ਚੋਂ ਸੁਣਾਉਣੀ ਪਊਗੀ। ਅੱਛਾ, ਇਹ ਵੀ ਗੱਲ। ਅੱਛਾ, ਫੋਨ ਦਾ ਹੀ ਬੜਾ ਚੱਕਰ ਪਿਆ ਹੋਇਆ ਮੱਖਾ ਐਕਚੁਅਲੀ ਨਾ। ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਡਾਇਰੀ ਨਾਲ ਚੱਕਣੀ ਤੇ ਪੈਨ ਨਾਲ ਚੱਕਣਾ, ਪੈਨ ਤਾਂ ਰੱਖਦੇ ਆ ਪਰ ਵੀ ਜਦੋਂ ਤੁਸੀਂ ਮਤਲਬ ਹਰ ਥਾਂ ਤੇ ਨਹੀਂ ਲਿਆ ਸਕਦੇ, ਜਦੋਂ ਨੋਟਸ ਕੱਢੋ ਤੇ ਨਾਲ ਦੀ ਨਾਲ ਚੀਜ਼ ਨੂੰ ਟਾਈਪ ਕਰਕੇ ਰੱਖ ਲਓ। ਐਫੀਸ਼ੀਐਂਟ ਵੀ ਹੈ, ਇਹ ਵਧੀਆ ਵੀ ਹੈ ਤੇ ਸੌਖਾ ਵੀ ਹੈ। ਜ਼ਮਾਨੇ ਦੇ ਨਾਲ ਬਦਲਣਾ ਵੀ ਚਾਹੀਦਾ ਬਈ। ਹੁਣ ਮੈਂ ਸਾਰਾ ਕੁਝ ਨੋਟਸ 'ਚ ਲਿਖਦਾ। ਅੱਛਾ, ਤੁਸੀਂ ਸੋਸ਼ਲ ਮੀਡੀਆ ਨੂੰ ਕਿਹੜੇ ਮਤਲਬ ਜਿਵੇਂ ਕਹਦੇ ਵੀ ਹਰ ਇੱਕ ਚੀਜ਼ ਦਾ ਫਾਇਦਾ ਵੀ ਹੁੰਦਾ, ਨੁਕਸਾਨ ਵੀ ਹੁੰਦਾ, ਤੁਸੀਂ ਜਿਹੜਾ ਸੋਸ਼ਲ ਮੀਡੀਆ ਨੂੰ ਕਿੱਦਾਂ ਦੇਖਦੇ ਹੋ? ਵਾਰੀ ਨਾਲ ਦੱਸਿਓ। ਸਾਡੇ ਵਾਸਤੇ ਤਾਂ ਪੋਜ਼ਿਟਿਵ ਹੀ ਰਿਹਾ ਜੀ। ਜਿਵੇਂ ਹੁਣ ਦੇਖੀਏ ਵੀ ਜੇ ਕਵਿਤਾਵਾਂ ਸਾਡੀਆਂ ਲੋਕਾਂ ਤੱਕ ਨਾ ਪਹੁੰਚਦੀਆਂ ਤਾਂ ਇਹ ਸੋਸ਼ਲ ਮੀਡੀਆ ਕਰਕੇ ਪਹੁੰਚੀਆਂ ਸੀ। ਤੇ ਜਿਵੇਂ ਹੁਣ ਸਮੱਸਿਆ ਕੀ ਹੈ ਸਾਡੇ ਸਾਹਿਤਕ ਖੇਤਰ 'ਚ, ਦੂਸਰੇ ਖੇਤਰਾਂ 'ਚ ਤਾਂ बढ़ावा दिता जाता पुराने वालों, पर साडे खेतर च की कौड़ी लगूगी गल साहित्यक भी साडे खेतर च की है जिहड़े स्टेबल ने राइटर, पुराने राइटर वो बर्दाश्त नहीं करते ना नवेआं नूं। हाँ जी, ते ना वो गाइड करदे। गाइड करना भी एक बस मतलब गाइड नूं तुसीं पब्लिशन वास्ते पुछ लो, पब्लिकेशन वास्ते पुछ लो, कुछ पुछ लो, नहीं वो सराह भी नहीं सकते तुहानूं खुल के। होर तां वड्डी गल आ जे तुहाडी चंगी चीज़ आ तां समस्या जदों किसी दी तारीफ करदे ना ते ਉਹਦੇ 'ਚ ਕੀ ਸਮੱਸਿਆ ਵੀ ਸਾਨੂੰ ਸੋਸ਼ਲ ਮੀਡੀਆ ਨੇ ਇੱਕ ਪਲੇਟਫਾਰਮ ਦਿੱਤਾ। ਚਲੋ ਨਾ ਬੜਾ ਕਹਿੰਦੇ ਆ ਵੀ ਇੱਕ ਚੰਗੇ ਲੇਖਕ ਨਾਲੋਂ ਜਿਹੜਾ ਐਸਟੈਬਲਿਸ਼ਡ ਹੈ ਉਹਦੇ ਨਾਲੋਂ ਸਾਡੇ ਇੰਸਟਾਗ੍ਰਾਮ ਜਾਂ ਹੋਰ ਚੀਜ਼ਾਂ ਤੇ ਫੋਲੋਅਰ ਵੱਧ ਨੇ, ਪਰ ਉੱਥੇ ਸਾਨੂੰ ਲੋਕ ਸੁਣਦੇ ਆ, ਨਵੇਂ ਕਵੀ ਆ, ਡੂੰਘੀਆਂ ਗੱਲਾਂ ਨਹੀਂ ਜਾਣਦੇ, ਪਰ ਚਲੋ ਠੀਕ ਆ ਪਰ ਸੁਣਦੇ ਆ। ਜੇ ਉਹ ਨਾ ਹੁੰਦੇ, ਸਾਡੀਆਂ ਕਿਤਾਬਾਂ ਨਾ ਹੁੰਦੀਆਂ, ਇਹ ਜੇ ਅਸੀਂ ਪੁਰਾਣਿਆਂ ਦੇ ਸਿਰ ਤੇ ਬੈਠੇ ਰਹਿੰਦੇ ਤਾਂ ਸ਼ਾਇਦ ਕਿਤਾਬਾਂ ਨਹੀਂ ਅੱਜ ਲੇਖਕ ਨਾ ਹੁੰਦੇ, ਕਵੀ ਨਾ ਹੁੰਦੇ, ਤੁਹਾਡੀ ਕਿਤਾਬ ਨਾ ਆਈ ਹੁੰਦੀ, ਤੁਹਾਨੂੰ ਉਹਨਾਂ ਤੋਂ ਮਿਲਿਆ ਜਿਹੜਾ ਹੁੰਗਾਰਾ ਹੈਗਾ ਉਹੀ ਇਹ ਇੱਕ ਕਿਤਾਬ ਦਾ ਕਾਰਨ ਬਣਿਆ। ਮੱਖਾ ਜੀ, ਤੁਹਾਨੂੰ ਇਹ ਸਵਾਲ ਮੇਰਾ ਪੈਂਡਿੰਗ ਆ, ਪਰ ਫਿਲਹਾਲ ਵੇਲੇ ਇੱਕ ਨਿੱਕੀ ਜੀ ਬ੍ਰੇਕ ਦਾ ਹੋ ਗਿਆ। ਬ੍ਰੇਕ ਦੇ ਅਗਲੇ ਪਾਰ ਆਪਾਂ ਗੱਲਾਂ ਬਾਤਾਂ ਸਾਹਿਤ ਨਾਲ ਜੁੜੀਆਂ ਹੋਈਆਂ ਕਰਾਂਗੇ, ਪਾਵਾਂਗੇ ਸਾਹਿਤ ਦੀ ਤੰਦ। ਆਜੋ ਮਿਲਦੇ ਇੱਕ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸਾਹਿਤਿਕ ਤੰਦਾਂ ਵਿੱਚ। ਸਾਹਿਤ ਦੀ ਤੰਦ ਪੀੜੀ ਪੈ ਰਹੀ ਆ। ਮਨਜਿੰਦਰ ਮਾਖਾ ਤੇ ਗੁਰਮੀਤ ਆਲੂਵਾਲੀਆ ਜੀ ਸਾਡੇ ਦਰਮਿਆਨ ਨੇ। ਮਨਜਿੰਦਰ ਵੀਰੇ, ਤੁਹਾਡੇ ਨਾਲ ਇੱਕ ਸਵਾਲ ਜਿਹੜਾ ਮੇਰਾ ਰਹਿੰਦਾ ਸੀ, ਸੋਸ਼ਲ ਮੀਡੀਆ ਬਾਰੇ ਪੁੱਛਿਆ ਸੀ ਮੈਂ, ਤੇ ਇਹ ਨਵੇਂ ਪੁਰਾਣੇ ਰਾਈਟਰਾਂ ਤੇ ਵੀ ਲੈ ਕੇ ਗੱਲਬਾਤ। ਹੁਣ ਤੁਸੀਂ ਇਸ ਗੱਲਬਾਤ ਨੂੰ ਅੱਗੇ ਤੋਰੋ। ਮੈਨੂੰ ਲੱਗਦਾ ਵੀ ਮੈਂ ਤਾਂ ਸੋਸ਼ਲ ਮੀਡੀਆ ਨੂੰ ਬਹੁਤ ਪੋਜ਼ਿਟਿਵ ਲੈ ਕੇ ਚੱਲਦਾ। ਜੇ ਤੁਹਾਨੂੰ ਐਡਿਕਸ਼ਨ ਨਹੀਂ ਹੈਗੀ, ਵੈਸੇ ਮੈਂ ਫੋਨ ਐਡਿਕਟ ਬਹੁਤ ਹਾਂ, ਮੈਨੂੰ ਲੱਗਦਾ ਕਿ ਮੇਰਾ ਪਰਸਨਲੀ ਬਹੁਤ ਨੁਕਸਾਨ ਹੁੰਦਾ ਜੀ, ਕਿਉਂਕਿ ਸੋਸ਼ਲ ਮੀਡੀਆ ਦੀ ਮੈਨੂੰ ਫੋਨ ਦੀ ਬਹੁਤ ਐਡਿਕਸ਼ਨ ਆ ਗਈ। ਪਰ ਬਹੁਤ ਵਧੀਆ ਪਲੇਟਫਾਰਮ ਹੈ ਨਵੇਂ ਰਾਈਟਰਾਂ ਵਾਸਤੇ। ਜਿੰਨਾ ਚਿਰ ਤੁਸੀਂ ਬੁੱਕ ਨਹੀਂ ਕਰ ਰਹੇ, ਸੋਸ਼ਲ ਮੀਡੀਆ ਤੇ ਤੁਸੀਂ ਕੱਚੀਆਂ ਪਿੱਲੀਆਂ ਕਵਿਤਾਵਾਂ ਆਪਦੀਆਂ ਪਾਉਂਦੇ ਰਹੋ, ਅੰਦਾਜ਼ਾ ਮਿਲ ਜਾਂਦਾ ਵੀ ਅਸੀਂ ਕਿੱਥੇ ਜੇ ਖੜੇ ਹਾਂ। ਬਾਕੀ ਸੋਸ਼ਲ ਮੀਡੀਆ ਨੇ ਸਾਹਿਤ ਨੂੰ ਬਹੁਤ ਪ੍ਰਮੋਟ ਕੀਤਾ ਹੈ। ਬਿਲਕੁਲ।
ਮੈਨੂੰ ਲੱਗਦਾ ਵੀ ਜਿਹੜਾ ਇੰਸਟਾਗ੍ਰਾਮ ਦੇ ਉੱਪਰ ਪੇਜ ਬਣ ਗਏ, ਫੇਸਬੁੱਕ ਦੇ ਉੱਪਰ ਛੋਟੇ ਵਾਰਤਕ ਨੇ ਹਨਾ, ਸ਼ੇਰੋ ਸ਼ਾਇਰੀ ਆ ਗਈ ਚਲੋ, ਜਾਂ ਨਾਵਲ ਵਗੈਰਾ ਤਾਂ ਨਹੀਂ, ਪਰ ਮਤਲਬ ਇਹਦੇ ਰਿਵਿਊ ਨੇ ਜਿੰਨੇ ਮੈਂ ਸਾਂਝੇ ਕਰਦਾ ਰਹਿਣਾ, ਇਹਦੇ ਕਰਕੇ ਮੇਰੇ ਕੋਲ ਲਗਭਗ ਮੇਰੇ ਨਾਵਲ ਦਾ 300 ਤੋਂ 400 ਸਕਰੀਨਸ਼ਾਟ ਹੈ ਰਿਵਿਊ ਦਾ, ਜਿਹੜਾ ਮੈਨੂੰ ਲੋਕਾਂ ਨੇ ਭੇਜਿਆ, ਤੇ ਮੈਂ ਉਹ ਪੋਸਟ ਕਰਦਾ ਉਹ ਰਿਵਿਊ ਨੂੰ ਦੇਖ ਕੇ ਲੋਕ ਕਿਤਾਬ ਦੀ ਮੰਗ ਕਰਦੇ। ਸਾਡਾ ਨਾ ਇੱਕ ਪੇਜ ਚੱਲਦਾ ਹੈ, ਮੇਰੇ ਦੋਸਤ ਨੇਗੇ, ਰਵਿੰਦਰ ਹੈ, ਆਨਲਾਈਨ ਕਿਤਾਬ ਘਰ, ਇੰਸਟਾਗ੍ਰਾਮ ਦੇ ਉੱਪਰ ਜੀ, ਦੇਸ਼ਾਂ ਵਿਦੇਸ਼ਾਂ 'ਚ, ਅਮਰੀਕਾ, ਕੈਨੇਡਾ, ਦੁਨੀਆ ਦੇ ਕਿਸੇ ਵੀ ਕੋਨੇ ਤੁਹਾਨੂੰ ਕਿਤਾਬਾਂ ਚਾਹੀਦੀਆਂ, ਤੁਸੀਂ ਆਨਲਾਈਨ ਕਿਤਾਬ ਘਰ ਇੰਸਟਾਗ੍ਰਾਮ ਦੇ ਉੱਪਰ ਸਰਚ ਕਰੋ। ਸਭ ਤੋਂ ਵੱਡਾ ਪੇਜ ਹੈ, ਸਭ ਤੋਂ ਵੱਡਾ ਪੇਜ ਆ ਉਹ, ਕਿਤਾਬਾਂ ਵਾਰ ਭੇਜਣ ਵਾਲਾ। ਆਨਲਾਈਨ ਕਿਤਾਬ ਘਰ ਦਾ ਇਹਨਾਂ ਨੇ ਜ਼ਿਕਰ ਕਰਿਆ, ਸੋ ਤੁਸੀਂ ਇੰਸਟਾਗ੍ਰਾਮ ਤੇ ਉਹਦੇ ਤੇ ਵੀ ਜੁੜ ਸਕਦੇ ਹੋ, ਕਿਉਂਕਿ ਜੇ ਕਿਸੇ ਨੇ ਕੋਈ ਕਿਤਾਬ ਖਰੀਦਣੀ ਆ, ਚਾਹੇ ਬਾਹਰ ਮੰਗਵਾਉਣੀ ਆ ਕਿਤਾਬ, ਜਿਹੜੀ ਇਹ ਬਲੱਡ ਲਾਈਨ ਕਿਤਾਬ, ਇਹ ਵੀ ਉੱਥੋਂ ਮਿਲ ਜੂਗੀ ਸਾਰੀਆਂ, ਬਿਲਕੁਲ ਜੋ ਵੀ ਕਿਤਾਬ ਚਾਹੀਦੀ। ਬਲੱਡ ਲਾਈਨ ਕਿਤਾਬ, ਤੁਹਾਨੂੰ ਪਬਲਿਸ਼ਰ ਕਿਹੜਾ ਜੀ ਇਹਦਾ? ਦਾ ਕਿਤਾਬ ਆਰਟ। ਦਾ ਕਿਤਾਬ ਆਰਟ, ਇਹ ਵੀ ਤੁਸੀਂ ਉੱਥੋਂ ਖਰੀਦ ਸਕਦੇ ਹੋ, ਸਿੱਖਾਂ ਦੀ ਡੱਬੀ ਵੀ ਖਰੀਦ ਸਕਦੇ ਹੋ, ਮੰਗਵਾ ਸਕਦੇ ਹੋ। ਹਾਂ, ਮੰਗਵਾ ਸਕਦੇ ਹੋ, ਉਹਨਾਂ ਨੂੰ ਮੈਸੇਜ ਕਰੋ, ਫੋਨ ਕਰੋ ਜੀ ਇੰਸਟਾਗ੍ਰਾਮ ਦੇ ਉੱਪਰ ਜਾ ਕੇ। ਬਾਕੀ ਸੋਸ਼ਲ ਮੀਡੀਆ ਨੇ ਰਾਈਟਰ ਨੂੰ ਆਜ਼ਾਦੀ ਦਿੱਤੀ ਹੈ। ਮੈਂ ਕੱਲ ਇੱਕ ਰੀਲ ਪਾਈ ਸੀ ਖੁੱਲੀ ਕਵਿਤਾ ਦੀ ਬੋਲ ਕੇ, ਉਹ ਸੀਗੀ ਕਿ ਸੁਣਾਓ ਲੈ, ਉਹ ਸੀਗੀ ਕਿ ਖੇਡਦਿਆਂ ਬੱਚਾ ਔਕੜ ਕੇ ਡਿੱਗ ਪਿਆ, ਮੱਥਾ ਧਰਤੀ ਨਾਲ ਵੱਜਿਆ, ਮਾਂ ਦਾ ਤਰਾਹ ਨਿਕਲ ਗਿਆ, ਕੁੱਛੜ ਚੁੱਕਿਆ, ਲਾੜ ਕੀਤਾ, ਪੁੱਤ ਦੀਆਂ ਅੱਖਾਂ ਦੇ ਸਾਹਮਣੇ ਥੱਪੜਾਂ ਨਾਲ ਧਰਤੀ ਕੁੱਟ ਦਿੱਤੀ, ਕੀੜੀ ਮਾਰ ਦਿੱਤੀ, ਪੁੱਤ ਦਾ ਹਾਸਾ ਨਿਕਲ ਗਿਆ, ਜਵਾਨ ਹੋਇਆ, ਨਸ਼ੇ ਦੀ ਲੱਤ ਲੱਗੀ, ਤੋੜ ਮਾਰੇ ਨੇ ਮਾਂ ਦੀਆਂ ਟੂਮਾਂ ਨੂੰ ਝੂਟਾ ਮਾਰਿਆ, ਮੂਰੇ ਹੋ ਰੋਕਦੀ ਰਹੀ, ਬਿਲਕਦੀ ਰਹੀ, ਪੁੱਤ ਨੇ ਧੌਣੋਂ ਫੜ ਮਾਂ ਨੂੰ ਭਗਾ ਮਾਰਿਆ, ਮੱਥਾ ਧਰਤੀ ਨਾਲ ਵੱਜਿਆ, ਧਰਤੀ ਦੀ ਚੀਕ ਨਿਕਲ ਗਈ। ਇਹ ਮੈਂ ਕੱਲ ਪਾਈ ਸੀ। ਕੀ ਬਾਤ ਹੈ। ਤੇ ਇਹਨੂੰ 15000 ਤੋਂ ਜ਼ਿਆਦਾ ਲੋਕਾਂ ਨੇ ਹੁਣ ਤੱਕ ਵੇਖ ਲਿਆ 24 ਘੰਟਿਆਂ ਵਿੱਚ। ਕਿੱਡਾ ਸੋਹਣਾ ਬਿੰਬ ਸਿਰਜਿਆ ਮਾਂ ਦਾ, ਹਨਾ। ਖੁੱਲੀ ਕਵਿਤਾ ਲਿਖੀ ਹੈ। ਖੈਰ ਖੁੱਲੀ ਕਵਿਤਾ ਅੱਜ ਕੱਲ੍ਹ ਚੱਲਣ ਕੁਛ ਥੋੜਾ ਜਿਹਾ ਹੋਰ ਚੱਲ ਗਿਆ। ਮੈਂ ਖੁੱਲੀ ਕਵਿਤਾ ਬਾਰੇ ਵੀ ਮੇਰੇ ਕੋਲੇ ਸਵਾਲ ਸੀ ਤੁਹਾਡੇ ਲਈ। ਖੁੱਲੀ ਕਵਿਤਾ ਬਾਰੇ ਵੀ ਕੀ ਕਹਿਣਾ ਚਾਹੋਗੇ? ਅੱਜ ਕੱਲ੍ਹ ਜਿਹੜਾ ਖੁੱਲੀ ਕਵਿਤਾ ਦੇ ਨਾਂ ਤੇ ਕਿਤਾਬਾਂ ਵੀ ਛਪ ਰਹੀਆਂ ਨੇ, ਸੋ ਕਿੱਦਾਂ ਦੀ ਹੋਣੀ ਚਾਹੀਦੀ ਹੈ ਖੁੱਲੀ ਕਵਿਤਾ? ਖੁੱਲੀ ਕਵਿਤਾ ਕਿੰਨੀ ਕੁ ਖੁੱਲੀ ਹੋਣੀ ਚਾਹੀਦੀ ਹੈ? ਖੁੱਲੀ ਅੱਜ ਦੇ ਸਮੇਂ 'ਚ ਇੱਕ ਸਮੱਸਿਆ ਇਹ ਆ ਰਹੀ ਹੈ ਵੀ ਜੋ ਰਾਈਮ ਨਹੀਂ ਜੋੜ ਸਕਦਾ ਤੇ ਉਹ ਲਿਖਣਾ ਚਾਹੁੰਦਾ ਹੈ, ਉਹਦੇ ਅੰਦਰੋਂ ਇੱਕ ਲੇਖ ਕੁਸ਼ਾਲਾ ਮਾਰਦਾ ਹੈ, ਦੂਜਿਆਂ ਨੂੰ ਦੇਖਦਾ ਹੈ ਤਾਂ ਉਹ ਕੀ ਕਰਦਾ ਹੈ, ਆਪਦੇ ਆਪ ਨੂੰ ਅਲੱਗ ਸਾਬਤ ਕਰਨਾ ਚਾਹੁੰਦਾ ਤਾਂ ਲੇਖ ਇੱਕ ਸੌਖਾ ਵੇ ਆ ਤੇ ਗਾਣਾ ਕੱਢਣ ਤੇ ਰੁਪਏ ਲੱਗਦੇ ਆ, ਕਿਤਾਬ ਸੋਸ਼ਲ ਮੀਡੀਆ ਤੇ ਪਾਉਣ ਨੂੰ ਕੁਝ ਨਹੀਂ ਲੱਗਦਾ। ਉਹ ਕੀ ਸਮੱਸਿਆ ਹੈ ਵੀ ਜਿਹੜਾ ਲੇਖਕ ਬਣਨਾ ਚਾਹੁੰਦਾ ਹੈ ਲੋਕਾਂ ਨੂੰ ਵਾਰਤਕ ਤੇ ਜੇ ਕਿਤੇ ਸਿੱਧੀ ਪੜ੍ਹਨੀ ਹੋਵੇ ਬਿਨ ਦਿਖਾਏ ਤਾਂ ਲੋਕਾਂ ਨੂੰ ਵਾਰਤਕ ਤੇ ਖੁੱਲੀ ਕਵਿਤਾ 'ਚ ਕੋਈ ਫਰਕ ਨਹੀਂ ਪਤਾ ਲੱਗਦਾ। ਸਿੱਧੀ ਲਾਈਨ ਹੈ, ਇੱਕ ਕੋਈ ਵਿਸ਼ਾ ਛੇੜ ਲੈਂਦੇ ਆ, ਜਿਵੇਂ ਆਪਣੇ ਪਿੱਛੇ ਪਰਦੇ ਟੰਗੇ ਪਏ ਆ, ਕਾਲੇ ਕਾਲੇ ਪਰਦੇ ਨੇ ਤੇ ਉੱਤੇ ਨੀਲੀਆਂ ਲਾਈਟਾਂ ਜਗ ਰਹੀਆਂ ਨੇ, ਸਾਡੇ ਮੂੰਹ ਹੋਰ ਗੋਰੇ ਲੱਗਣੇ ਸੀ ਪਰ ਕਾਲੇ ਪਰਦਿਆਂ ਨੇ ਕਾਲੇ ਕਰ ਦਿੱਤੇ। ਇਹ ਵੀ ਖੁੱਲੀ ਕਵਿਤਾ, ਇਹ ਖੁੱਲੀ ਕਵਿਤਾ। ਕੀ ਬਾਤ ਹੈ, ਪਹਿਲੀ ਖੁੱਲੀ ਕਵਿਤਾ ਲਿਖਤੀ ਤੁਸੀਂ? ਨਹੀਂ, ਤੇ ਇਹ ਸਮੱਸਿਆ ਹੈ ਵੀ ਇਦਾਂ ਕਰਕੇ ਲਿਖ ਦੇਣਾ। ਇਹ ਸਾਹਿਤ ਦਾ ਕਹਾਣ ਹੈ, ਸਾਹਿਤ ਦਾ ਕਹਾਣ ਹੈ ਤੇ ਪਬਲਿਸ਼ਰ ਇਹਨਾਂ ਨੂੰ ਛਾਪ ਰਹੇ ਨੇ। ਜੀ ਜੀ ਜੀ, ਇਹ ਮਤਲਬ ਇਹ ਵਿਸ਼ਾ ਕਮਰਸ਼ੀਅਲ ਨਹੀਂ ਹੋਣਾ ਚਾਹੀਦਾ। ਅਸੀਂ ਆਪਦੀ ਕਿਤਾਬ ਦੇ ਨਾ ਇਹ ਲੈ ਰਿਹਾ ਨਾ ਮੈਂ ਲੈ ਰਿਹਾ, ਅਸੀਂ ਕਿਤਾਬ ਦੇ ਰੁਪਏ ਨਹੀਂ ਲੈ ਰਹੇ। ਸਮੱਸਿਆ ਕੀ ਹੈ, ਰਾਇਲਟੀ ਨਹੀਂ ਲੈਂਦੇ ਕਿਤਾਬ ਦੀ। ਇਹ ਤੇ ਸਮੱਸਿਆ ਕੀ ਹੈ ਵੀ ਇਹ ਕਮਰਸ਼ੀਅਲ ਨਹੀਂ ਹੈਗਾ ਵਿਸ਼ਾ, ਇਹ ਕੋਈ ਗਾਣੇ ਨਹੀਂ ਹੈਗੇ, ਕੁਝ ਨਹੀਂ, ਇਹ ਲੰਬਾ ਚੱਲਣ ਵਾਲੀਆਂ ਚੀਜ਼ਾਂ ਨੇ। ਤਾਂ ਇਹਨਾਂ ਚੋਂ ਰੁਪਈਆ ਕਮਾਉਣ ਦੀ ਝਾਕ ਨਾ ਆਓ। ਪਬਲਿਸ਼ਰਾਂ ਨੂੰ ਵੀ ਬੇਨਤੀ ਆ, ਮੈਂ ਪੈਸੇ ਲਈ ਇਹ ਵੀ ਪਾਕ ਵਿਸ਼ੇ ਨੂੰ ਬਦਨਾਮ। ਮੈਂ ਨਾ ਇੱਕ ਲਾਈਨ ਲਿਖੀ ਸੀ ਕਿ ਸਾਹਿਤ ਕੋਈ ਮਨੋਰੰਜਨ ਦਾ ਸਾਧਨ ਨਹੀਂ ਹੈ, ਇਹ ਨਾ ਖੋਪੜਾਂ ਨੂੰ ਤੇ ਮਗਜ਼ਾਂ ਨੂੰ ਚਾਨਣ ਦੇਣ ਲਈ ਝੁੱਕ ਹੈ। ਇਹਦੇ ਵਿੱਚ ਤੁਸੀਂ ਮਨੋਰੰਜਨ ਨਾ ਭਾਲੋ ਸਾਹਿਤ ਦੇ ਵਿੱਚੋਂ, ਇਹ ਕੋਈ ਮਨੋਰੰਜਨ ਨਹੀਂ ਹੈਗਾ। ਸਾਹਿਤ ਨੇ ਥੋੜ੍ਹੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਐਜੂਕੇਟ ਕਰਨਾ ਹੈ, ਉਹਨਾਂ ਦੇ ਦਿਮਾਗ ਨੂੰ ਰੋਸ਼ਨ ਕਰਨਾ ਹੈ, ਜ਼ਿੰਦਗੀ ਹਾਊ ਟੂ ਲਿਵ, ਮਤਲਬ ਕਿ ਜ਼ਿੰਦਗੀ ਸਿਖਾਉਣੀ ਹੈ ਕਿ ਜ਼ਿੰਦਗੀ ਜਿਉਣੀ ਕਿਵੇਂ। ਜਿਹਨੂੰ ਮਨੋਰੰਜਨ ਦਾ ਸਾਧਨ ਬਣਾਤਾ, ਜਾਂ ਜੇ ਤੁਸੀਂ ਰਾਈਟਰ ਹੋ ਕੇ ਇਹ ਚਾਹੁੰਦੇ ਹੋ ਕਿ ਲੋਕ ਸਾਨੂੰ ਵਿਦਵਾਨ ਕਹਿਣ ਵੀ ਇਹਨੇ 4 ਕਿਤਾਬਾਂ ਜਾਂ 5 ਕਿਤਾਬਾਂ ਛਾਪੀਆਂ ਹੋਈਆਂ, ਤਾਂ ਤੁਸੀਂ ਪਾਪ ਕਰ ਰਹੇ ਹੋ ਆਪਦੀ ਸੁਸਾਇਟੀ ਦੇ ਪ੍ਰਤੀ। ਤੁਸੀਂ ਰਿਸਪੌਂਸੀਬਲ ਨਹੀਂ ਹੈਗੇ।
ਤੋ ਇਹ ਤਾਂ ਕਹ ਲਓ ਵੀ ਕੁਦਰਤ ਦੇ ਪ੍ਰਤੀ ਵੀ ਨਹੀਂ ਹੋ, ਕਿਉਂਕਿ ਇੱਕ ਦੇਖੋ ਕਿੰਨੇ ਦਰਖਤ ਕੱਟੇ ਜਾ ਰਹੇ ਆ ਹਨਾ, ਤੇ ਕਿਤਾਬਾਂ ਤੇ ਕਿੱਥੋਂ ਬਣਦਾ ਪੇਪਰ? ਰੁੱਖਾਂ ਤੋਂ ਬਣਦਾ। ਰੁੱਖਾਂ ਤੋਂ ਬਣਦਾ। ਤੁਸੀਂ ਬਹੁਤ ਮਹਿੰਗਾ ਪੇਜ ਲਾ ਰਹੇ ਹੋ। ਕਹਿੰਦੇ ਇੱਕ ਮਾੜਾ ਰਾਈਟਰ ਕਹਿੰਦਾ ਚਾਰ ਮਤਲਬ ਵੀ ਕਾਫੀ ਕਹਾਣ ਕਰ ਦਿੰਦਾ ਕੁਦਰਤ ਦਾ ਵੀ। ਹਾਂ ਬਹੁਤ ਕਰ। ਸੋ ਇਹ ਬਹੁਤ ਵਧੀਆ ਇਹਨਾਂ ਨੇ ਕਹ ਲਓ ਵੀ ਵਿਸ਼ਾ ਛੇੜਿਆ ਵੀ ਇਹ ਮਤਲਬ ਵੀ ਕਮਾਈ ਦਾ ਜ਼ਰੀਆ ਨਾ ਸਮਝੋ ਇਹਨੂੰ, ਇਹ ਤਾਂ ਇੱਕ ਜ਼ਿੰਮੇਵਾਰੀ ਆ ਜੀ ਜੀ ਜੀ, ਜਿਹੜੀ ਰਿਸਪੌਂਸਿਬਿਲਿਟੀ ਆ। ਤਾਂ ਬੱਚਿਆਂ ਨੂੰ ਹੁਣ ਕੱਲ ਨੂੰ ਅੱਜ ਤੋਂ ਮੈਂ ਪਹਿਲਾਂ ਵੀ ਗੱਲ ਕੀਤੀ 50-60 ਸਾਲ ਬਾਅਦ ਜੇ ਕੋਈ ਜਨਰੇਸ਼ਨ ਆਉਣ ਵਾਲੀ ਜਨਰੇਸ਼ਨ ਇਹ ਸਮੇਂ ਦੀਆਂ ਸਾਡੀਆਂ ਕਿਤਾਬਾਂ ਪੜੂਗੀ, ਜਿਵੇਂ ਗੁਰਮੀਤ ਨੇ ਕਿਹਾ ਕਿ ਕਾਲੇ ਪਰਦੇ ਸੀ, ਜੇ ਉਹ ਨਾ ਲੱਗਿਆ ਹੁੰਦਾ ਸਾਡੇ ਮੂੰਹ ਹੋਰ ਗੋਰੇ ਲੱਗਣੇ ਸੀ। ਉਹਨਾਂ ਨੇ ਮਤਲਬ ਕਿ ਸਾਨੂੰ ਗਾਲਾਂ ਦੇਣੀਆਂ ਨੇ ਕੀ ਲਿਖਿਆ ਇਹਨਾਂ ਦਾ ਇਹੋ ਜਿਹੇ ਰਾਈਟਰ ਸੀ ਉਹ ਸਮੇਂ ਦੇ ਵਿੱਚ। ਮੈਂ ਇੱਕ ਗੱਲ ਕਰਦਾ ਹੁੰਦਾ, ਜਿਵੇਂ ਅੱਜ ਦੇ ਸਮੇਂ 'ਚ ਕੋਈ ਕਿਤਾਬ ਚੱਕ ਲੇ ਤਾਂ ਉਹ ਪੜ੍ਹੇ ਇਹੋ ਜਿਹੀ ਚੀਜ਼ ਹਲਕੀ ਚੀਜ਼, ਜਾਂ ਚਲੋ ਮੇਰੀ ਕੋਈ ਹਲਕੀ ਇਹਦੇ 'ਚ ਕਿਤਾਬ 'ਚ ਬਹੁਤ ਨੇ ਕਮੀਆਂ ਬਹੁਤ ਨੇ, ਮੈਂ ਜਿਵੇਂ ਪਹਿਲਾਂ ਆਪ ਦੀ ਆਲੋਚਨਾ ਤੁਸੀਂ ਕਿਉਂਕਿ ਕਰ ਰਹੇ ਹੋ, ਵਧੀਆ ਗੱਲ ਹੈ। ਹਾਂਜੀ ਹਾਂਜੀ, ਉਹ ਕੀ ਸਮੱਸਿਆ ਹੈ ਵੀ ਪੜੂਗਾ ਤੇ ਉਹ ਪੜੂਗਾ ਤਾਂ ਉਹ ਅੱਜ ਦੇ ਇੱਕ ਗਾਣੇ ਵੀ ਸੁਣੂਗਾ, ਫਿਰ ਉਹ ਕਹੂਗਾ ਵੀ ਇਹਨਾਂ 'ਚ ਤੇ ਗਾਣਿਆਂ 'ਚ ਕੋਈ ਬਹੁਤਾ ਫਰਕ ਨਹੀਂ, ਆਪਾਂ ਨਾ ਤਾਂ ਸਮਾਂ ਵੇਸਟ ਕਰਦੇ ਹਾਂ, ਪੈਸੇ ਲਾਉਣੇ ਆ, YouTube ਤੇ ਗਾਣੇ ਪਏ ਨੇ, ਆਪਾਂ ਇਦੋਂ ਤਾਂ ਚੰਗੇ ਗਾਣੇ ਸੁਣ ਲੈਂਦੇ ਆ। ਤਾਂ ਇਹ ਭਾਵ ਲੇਖਕ ਵੀਰ ਵੀ ਤੇ ਪਬਲਿਸ਼ਰ ਵੀਰ ਵੀ ਨਾ ਛੱਡਣ ਪਾਠਕਾਂ ਦੇ ਮਨ 'ਚ, ਇਹ ਬੇਨਤੀ ਆ। ਬਿਲਕੁਲ ਬਿਲਕੁਲ। ਅੱਛਾ, ਜੇ ਕਿਸੇ ਨੇ ਨਵੇਂ ਮੇਰੇ ਵਰਗੇ ਲੇਖਕ ਨੇ ਰਾਈਟਰ ਨੇ ਥੋੜਾ ਬਹੁਤਾ ਲਿਖਦਾ ਹਨਾ, ਜੇ ਕਿਤਾਬ ਛਪਵਾਉਣੀ ਹੋਵੇ ਤਾਂ ਉਹਦੇ ਲਈ ਵੀ ਥੋੜਾ ਬਹੁਤ ਸਾਨੂੰ ਗਾਈਡ ਕਰ ਦਿਓ। ਕਿਤਾਬ ਹੁਣ ਤਾਂ ਪਬਲਿਸ਼ਰ ਨੇ ਉਹ ਮਤਲਬ ਕਿ ਤੁਸੀਂ ਉਹਨਾਂ ਨੂੰ ਫੋਨ ਕਰੋ, ਤੁਹਾਡੇ ਜਿਵੇਂ ਆਪਾਂ ਬੈਂਕ ਵਾਲੇ ਨਹੀਂ ਬੈਂਕ ਖਾਤਾ ਖੋਲ ਕੇ ਜਾਂਦਾ ਆਪਣੇ ਘਰੇ, ਉਵੇਂ ਆਉਣਗੇ ਤੁਹਾਡੇ ਕੋਲ ਪਬਲਿਸ਼ਰ। ਤੁਹਾਡੇ ਪਿੱਛੇ ਵੀ ਆਏ ਇਦਾਂ? ਸਾਡਾ ਤਾਂ ਚਲੋ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਸੋਸ਼ਲ ਮੀਡੀਆ ਤੇ ਵਾਹਵਾ ਹੋ ਗਿਆ ਸੀਗਾ ਸਿਸਟਮ, ਤਾਂ ਕਰਕੇ ਹਾਂਜੀ ਹਾਂਜੀ ਬਾਈ ਹਰੇ ਮਿਲੇ ਆਨਲਾਈਨ ਕਿਤਾਬ ਘਰ ਹਰੇ, ਉਹਨਾਂ ਨੇ ਵਧੀਆ ਸਪੋਰਟ ਕਰੀ। ਪਰ ਉਹ ਵੀ ਸੌਖਾ ਹੋ ਰਿਹਾ, ਪੈਸਾ ਫੇਕ ਤਮਾਸ਼ਾ ਦੇਖ ਵਾਲੀ ਗੱਲ ਹੋ ਰੱਖੀ ਆ ਅੱਜ ਦੇ ਸਮੇਂ। ਬਹੁਤ ਘੱਟ ਪਬਲਿਸ਼ਰ ਨੇ ਜਿਹੜੇ ਕਿਤਾਬ ਪਹਿਲਾਂ ਪੜ੍ਹਦੇ। ਹਾਂਜੀ ਹਨਾ, ਇਹ ਤਾਂ ਜਿਹੜਾ ਪਬਲਿਸ਼ਰ ਤੁਹਾਡੀ ਕਿਤਾਬ ਨਹੀਂ ਪੜ੍ਹ ਰਿਹਾ ਤੇ ਉਹ ਸਿੱਧੀ ਛਾਪ ਰਿਹਾ, ਇਹਦਾ ਮਤਲਬ ਇਹ ਹੈ ਵੀ ਤੁਸੀਂ ਉਹਨੂੰ ਕਿਤਾਬ ਨਾ ਦਿਓ। ਮੈਂ ਕਹਿੰਦਾ ਮੈਂ ਤਾਂ 1-2 ਪਬਲਿਸ਼ਰ ਹੀ ਜਾਣਦਾ ਜਿਹੜੇ ਕਿਤਾਬ ਨੂੰ ਪੜ੍ਹਦੇ ਆ, ਪਹਿਲਾਂ ਉਹ ਦੱਸਦੇ ਆ ਭਾਈ ਤੇਰੀ ਮਤਲਬ ਕਿ ਮੈਂ ਐਵੇਂ ਕਹਾਂ ਨਾ, ਮੇਰਾ ਪਬਲਿਸ਼ਰ ਸੀਗਾ ਕੈਲੀਵਰ ਹਨਾ, ਉਹਨੇ ਮੇਰੇ ਤੋਂ ਮੈਂ ਮਤਲਬ ਉਹ ਬੰਦੇ ਦੀ ਪਿੱਠ ਸੁਣਦੀ ਆ ਵੀ ਉਹਨੇ ਮੇਰੇ ਤੋਂ ਮਿਹਨਤ ਕਰਾਈ ਕਿਤਾਬ ਦੇ ਉੱਤੇ ਹਨਾ, ਮੇਰੀ ਕਿਤਾਬ ਦੇ ਵਿੱਚ ਕਮੀਆਂ ਸੀਗੀਆਂ, ਉਹਨੇ ਮੇਰੇ ਤੋਂ ਵੀ ਕੰਮ ਕਰਵਾਇਆ ਕਿਤਾਬ ਦੇ ਉੱਤੇ 6 ਮਹੀਨੇ 8 ਮਹੀਨੇ ਉਹ ਬੰਦੇ ਨੇ ਮੇਰੇ ਤੇ ਕੰਮ ਕਰਵਾਇਆ। ਉਹਨੇ ਮੈਨੂੰ ਦੱਸਿਆ ਵੀ ਆ ਭਾਈ ਤੇਰੀ ਮਤਲਬ ਉਹਦੀ ਐਕਚੁਅਲੀ ਨਾ ਉਹ ਸੁਖਵਿੰਦਰ ਆ ਬਾਈ ਦਾ ਨਾ, ਹਾਂਜੀ, ਜਿਹਨੇ ਮੇਰਾ ਪਹਿਲਾ ਐਡੀਸ਼ਨ ਛਾਪਿਆ ਸੀਗਾ, ਜਦੋਂ ਕਿ ਮਤਲਬ ਕਿ ਗ੍ਰਾਮੈਟਿਕਲੀ ਮਿਸਟੇਕ ਰਹਿ ਗਈਆਂ ਸੀ, ਪਰ ਉਹਨਾਂ ਦੀ ਵਾਈਫ ਨੇ ਕਿਤਾਬ ਪੜ੍ਹੀ ਸੀਗੀ ਤੇ ਉਹਨੇ ਮੈਨੂੰ ਮਤਲਬ ਕਿ ਕਿਹਾ ਸੀ ਮਨਜਿੰਦਰ ਨੂੰ ਮਾੜਾ ਜਿਹਾ ਹੋਰ ਸੈੱਟ ਕਰ ਲਾ, ਹੋਰ ਸੈੱਟ ਕਰ ਲਾ। 6 ਮਹੀਨੇ 7 ਮਹੀਨੇ ਲਾਤੇ ਸੀ ਉਹਨੇ, ਜਦੋਂ ਕਿ ਅੱਛ ਵੀ ਲੱਗਦੀ ਸੀ ਮੇਰੀ ਕਿਤਾਬ ਇਹ ਛੇਤੀ ਕਿਉਂ ਨਹੀਂ ਕਰਦਾ, ਪਰ ਉਹਦੇ ਰਿਜ਼ਲਟ ਆਉਣ ਦੇ ਉੱਪਰ ਮੈਨੂੰ ਲੱਗਦਾ ਵੀ ਠੀਕ ਸੀ, ਉਹ ਮਿਹਨਤ ਦਾ ਕਹ ਲਓ ਵੀ ਫਲ ਮਿਲ ਗਿਆ ਕਹਿੰਦੇ ਹਨਾ। ਤੇ ਗੱਲਾਂ ਬਾਤਾਂ ਬਹੁਤ ਵਧੀਆ ਹੋ ਰਹੀਆਂ, ਤੁਹਾਡੇ ਤੋਂ ਵੀ ਹੋਰ ਕਵਿਤਾ ਸੁਣਨੀ ਸੀਗੀ ਜੀ ਜੀ, ਪਰ ਵੇਲਾ ਕਹਿੰਦਾ ਹੁੰਦਾ ਵੀ ਵੇਲਾ ਨਹੀਂ ਰੁਕਦਾ ਹਨਾ, ਵਕਤ ਨਹੀਂ ਰੁਕਦਾ ਹਨਾ। ਸੋ ਵੇਲਾ ਹੁਣ ਇਜਾਜ਼ਤ ਲੈਣ ਦਾ ਹੋ ਗਿਆ। ਸੋ ਇਹ ਕਿਤਾਬ ਜੀ ਬਲੱਡ ਲਾਈਨ ਤੇ ਸਿੱਖਾਂ ਦੀ ਡੱਬੀ, ਇਹ ਤੁਸੀਂ ਆਨਲਾਈਨ ਕਿਤਾਬ ਘਰ ਤੇ ਜਾ ਕੇ ਵੀ ਤੁਸੀਂ ਆਰਡਰ ਕਰ ਸਕਦੇ ਹੋ, ਖਰੀਦ ਸਕਦੇ ਹੋ। ਤੇ ਬਾਕੀ ਤੁਸੀਂ ਅੱਜ ਪ੍ਰੋਗਰਾਮ ਦਾ ਹਿੱਸਾ ਬਣੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਸੋ ਅੱਜ ਦੇ ਲਈ ਪ੍ਰੋਗਰਾਮ ਸਾਹਿਤਿਕ ਤੰਦਾਂ ਦੇ ਵਿੱਚ ਇੰਨਾ ਹੀ। ਅਗਲੀ ਵਾਰ ਫੇਰ ਕਿਸੇ ਵਧੀਆ ਸਾਹਿਤਕਾਰ, ਹੋਣਹਾਰ ਸਾਹਿਤਕਾਰ, ਨੌਜਵਾਨ ਸਾਹਿਤਕਾਰਾਂ ਨਾਲ ਅੱਜ ਕੱਲ੍ਹ ਮੈਂ ਖਾਸ ਰਾਬਤਾ ਕਾਇਮ ਕਰ ਰਿਹਾ। ਸੋ ਦੁਬਾਰਾ ਫਿਰ ਸਾਹਿਤ ਦੀ ਤੰਦ ਪਾਵਾਂਗੇ। ਸੋ ਤਦ ਤੱਕ ਲਈ ਆਪਣਾ ਰੱਖੋ ਖਿਆਲ, ਜੁੜੇ ਰਹੋ ਜਸ ਪੰਜਾਬੀ ਦੇ ਨਾਲ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।